ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਹੁਤ ਬਹੁਤ ਪਿਆਰ, ਨਮਸਕਾਰ, ਆਦਾਬ ਤੇ ਗੁੱਡ ਈਵਨਿੰਗ। ਔਰ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਸਾਰਿਆਂ ਨਵੇਂ ਸਿਖਾਂਦਰੂ ਕਵੀਆਂ ਤੇ ਕਵਿਤਰੀਆਂ ਦਾ ਸਵਾਗਤ। ਵਿਦਿਆਰਥੀ ਕਵਿਤਾ ਉਤਸਵ ਹੈ ਅੱਜ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਨੂੰ ਸਮਰਪਿਤ ਇਸ ਕਵਿਤਾ ਉਤਸਵ ਦੇ ਵਿੱਚ ਬਹੁਤ ਹੋਣਹਾਰ ਤੇ ਕਲਾ ਨਾਲ ਭਰਪੂਰ ਆਸਾਂ ਤੇ ਉਮੰਗਾਂ ਦੇ ਨਾਲ ਲਬਰੇਜ਼ ਕਵੀ ਕਵਿਤਰੀਆਂ ਕਵੀ ਸਾਡੇ ਨੌਜਵਾਨ ਬੱਚੇ ਵਿਦਿਆਰਥੀ ਅੱਜ ਸ਼ਮੂਲੀਅਤ ਕਰ ਰਹੇ ਨੇ ਔਰ ਭਰਵੀਂ ਗਿਣਤੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਜਿਵੇਂ ਕਿ ਪੰਜਾਬ ਕਲਾ ਪ੍ਰੀਸ਼ਦ ਦਾ ਹਮੇਸ਼ਾ ਇਹ ਉਪਰਾਲਾ ਰਿਹਾ ਡਾਕਟਰ ਸੁਰਜੀਤ ਪਾਤਰ ਹੋਰਾਂ ਦੀ ਯੋਗ ਤੇ ਵੱਡੀ ਰਹਿਨਮਾਈ ਥੱਲੇ ਕਿ ਅਸੀਂ ਨਵੀਆਂ ਪ੍ਰਤਿਭਾਵਾਂ ਨਵੀਆਂ ਕਲਮਾਂ ਨੂੰ ਹਮੇਸ਼ਾ ਅੱਗੇ ਲਿਆਂਦਾ ਹੈ ਸਮੇਂ ਦੇ ਉੱਤੇ। ਤੋ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਯਾਨੀ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਗੁਰੂ ਸਾਹਿਬ ਦੇ 400 ਸਾਲਾਂ ਨੂੰ ਸ਼ਤਾਬਦੀ ਨੂੰ ਸਮਰਪਿਤ, ਉਹਦੀ ਲੜੀ 'ਚ ਹੀ ਅੱਜ ਅਸੀਂ ਪੰਜਾਬ ਕਲਾ ਪ੍ਰੀਸ਼ਦ ਨੇ ਵਿਦਿਆਰਥੀ ਕਵਿਤਾ ਉਤਸਵ ਰੱਖਿਆ ਹੈ। ਔਰ ਪਾਤਰ ਸਾਹਿਬ ਨੇ ਉਚੇਚੇ ਤੌਰ ਤੇ ਇਹਨਾਂ ਬੱਚਿਆਂ ਨੂੰ ਪਿਆਰ ਦੇਣ ਵਾਸਤੇ, ਅਸੀਸ ਦੇਣ ਵਾਸਤੇ, ਸ਼ੁਭਕਾਮਨਾਵਾਂ ਦੇਣ ਵਾਸਤੇ ਇਹ ਉਪਰਾਲਾ ਕੀਤਾ ਹੈ। ਤੇ ਪਾਤਰ ਸਾਹਿਬ ਦਾ ਤਾਂ ਧੰਨਵਾਦ ਕਰਨ ਵਾਸਤੇ ਸ਼ਬਦ ਹੀ ਨਹੀਂ। ਹਮੇਸ਼ਾ ਸਾਡੇ ਨਾਲ, ਹਮੇਸ਼ਾ ਸਾਡੀ ਅਗਵਾਈ, ਹਮੇਸ਼ਾ ਸਾਨੂੰ ਅਸ਼ੀਰਵਾਦ ਦਿੰਦੇ ਆ ਰਹੇ ਨੇ। ਉਹ ਮੈਡਮ ਡਾਕਟਰ ਅਮਰਦੀਪ ਕੌਰ ਜੀ ਜਿਨ੍ਹਾਂ ਦਾ ਸਹਿਯੋਗ ਸਾਨੂੰ ਚੰਡੀਗੜ੍ਹ ਦੇ ਵਿੱਚ ਸਾਹਿਤਕ ਗਤੀਵਿਧੀਆਂ ਕਰਦੇ ਆ, ਬਹੁਤ ਵਡਮੁੱਲਾ ਸਹਿਯੋਗ ਹੁੰਦਾ। ਇਹਨਾਂ ਦੇ ਸਾਹਿਤਕ ਕਲਾਤਮਕ ਵਿਦਿਆਰਥੀ ਪ੍ਰਤਿਭਾ ਦੇ ਨਾਲ ਭਰਪੂਰ ਵਿਦਿਆਰਥੀ ਹਮੇਸ਼ਾ ਸਾਡੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੁੰਦੇ ਨੇ। ਔਰ 21 ਫਰਵਰੀ ਹੈ, ਮਾਂ ਬੋਲੀ ਦਿਵਸ ਆ ਰਿਹਾ 21 ਫਰਵਰੀ ਨੂੰ, ਤੇ ਉਦੋਂ ਵੀ ਮੈਡਮ ਅਮਰਦੀਪ ਕੌਰ ਹੋਰੀ ਆਪਣੇ ਹੋਣਹਾਰ ਵਿਦਿਆਰਥੀਆਂ ਨੂੰ ਸਾਡੇ ਕੋਲ ਲੈ ਕੇ ਆਉਣਗੇ, ਇਹਨਾਂ ਨੇ ਵਾਅਦਾ ਕੀਤਾ। ਤੋ ਇਹ ਵੀ ਹਮੇਸ਼ਾ ਸਾਨੂੰ ਜਦੋਂ ਵੀ ਅਸੀਂ ਕਹਿੰਦੇ ਹਾਂ ਕਿ ਸਾਡਾ ਸਮਾਗਮ ਹੈ ਤੇ ਬੱਚੇ ਇਹਨਾਂ ਦੇ ਹੁੰਮ ਹਮਾ ਕੇ ਉਤਸ਼ਾਹ ਤੇ ਉਮਾਹ ਦੇ ਨਾਲ ਆਉਂਦੇ ਨੇ। ਤੋ ਅੱਜ ਦੇ ਪ੍ਰੋਗਰਾਮ ਦੇ ਅਸੀਂ ਇਹਨਾਂ ਨੂੰ ਕੋਆਰਡੀਨੇਟਰ ਬਣਾਇਆ ਹੈ ਵਿਦਿਆਰਥੀ ਕਵਿਤਾ ਉਤਸਵ ਦੇ। ਇਹ ਸੰਚਾਲਨ ਵੀ ਕਰਨਗੇ ਨਾਲ ਤੇ ਸੰਚਾਲਨ ਕਰਦਿਆਂ ਇੱਕ ਕਵੀ ਦੀ ਬਰੀਫ ਜਾਣੋ, ਕਿਉਂਕਿ ਗਿਣਤੀ ਬਹੁਤ ਵੱਧ ਗਈ ਤੇ ਵਧੀਆ ਗੱਲ ਹੈ ਕਿ ਸਾਡੇ ਪ੍ਰਤਿਭਾਵਾਨ ਬੱਚੇ ਜਿਹੜੇ ਹੈ ਸਾਡੇ ਸਾਹਮਣੇ ਆ ਰਹੇ ਨੇ। ਤੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਵਾਗਤ ਹੈ। ਤੁਹਾਨੂੰ ਅਸੀਸ, ਤੁਹਾਨੂੰ ਪਿਆਰ, ਤੁਹਾਨੂੰ ਸ਼ੁਭਕਾਮਨਾਵਾਂ ਦੇਣ ਵਾਸਤੇ ਮੈਂ ਸਾਡੇ ਮਾਨਯੋਗ ਡਾਕਟਰ ਸੁਰਜੀਤ ਪਾਤਰ ਸਾਹਿਬ ਜੀ ਨੂੰ ਬੇਨਤੀ ਕਰਦਾ ਕਿ ਉਹ ਤੁਹਾਡੇ ਸਨਮੁਖ ਹੋਣ। ਡਾਕਟਰ ਸੁਰਜੀਤ ਪਾਤਰ ਜੀ। बहुत प्यारे विद्यार्थी कवियों, और ये जो असी पंजाब आर्ट्स कौंसल वालों पंजाब सरकार के सभ्याचारक विभाग वालों अज का प्रोग्राम असी विद्यार्थी कविता उत्सव के नाम से रखा, जिहड़ा कि श्री गुरु तेग बहादुर जी के 400 साला प्रकाश पुरब नूं समर्पित है। और मैं तुहानू सारिਆਂ ਨੂੰ अपने दिल ਦੀਆਂ गहराइयां चों जी आਇਆਂ ਨੂੰ आखदा ਤੇ ਤੁਹਾਡੇ ਨਾਲ ही जो इस प्रोग्राम के कोआर्डीनेटर ने मैडम डॉक्टर अमरदीप कौर, उन्होंने बहुत शॉर्ट जे नोटिस से इन विद्यार्थियों का सहयोग प्राप्त किया। और पंजाब आर्ट्स कौंसल के मीडिया कोआर्डीनेटर निंद्र कुगियान भी, जिन्होंने बहुत हिम्मत नाल अज का प्रोग्राम तैयार किया, इसका सारा आयोजन किया, उन्हों का भी बहुत बहुत मैं धन्यवाद करदा। और मेरे लिए बहुत खुशी की गल है कि तुसी काफ़ी वड्डी गिनती विच विद्यार्थी अज दे इस कविता उत्सव च शामिल होने लई आए हो। और खास करके बेटियां दी शमूलीयत, बच्चियां दी शमूलीयत मेरे लिए बहुत साढ़े सारे लिए खुशी की गल है कि असी हमेशा कहने कि जिहड़े देश विच बच्चियां दी धियां दा तरक्की करदियां धियां बहुत वधियां, वो देश नूं असी सभ्याचारक तौर पे एक विकसित देश कह सकते हैं। तो जिवें तुसीं सारे जानते, गुरु तेग बहादुर जी का जो योगदान है भारत नूं और सारी दुनिया नूं
ਉਸ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦੁਨੀਆ 'ਚ ਬਹੁਤ ਸਾਰੇ ਧਰਮ ਨੇ, ਮੁੱਖ ਧਰਮ ਅਸੀਂ 5 ਧਰਮ ਮੰਨਦੇ ਆ। ਤੋ ਧਰਮਾਂ ਬਾਰੇ ਗੱਲ ਇਹੀ ਸਿਆਣੇ ਆਖਦੇ ਆ ਕਿ ਇਹ ਇੱਕੋ ਥਾਂ ਵੱਲ ਨੂੰ ਜਾਣ ਵਾਲੇ ਵੱਖਰੇ ਵੱਖਰੇ ਰਸਤੇ ਆ। ਇਹ ਰਸਤੇ ਬੇਸ਼ੱਕ ਅਲੱਗ ਹੋ ਸਕਦੇ ਆ, ਲੇਕਿਨ ਸਾਡਾ ਸਭ ਦਾ, ਸਾਰਿਆਂ ਧਰਮਾਂ ਦਾ ਨਿਸ਼ਾਨਾ ਇਹੀ ਆ ਕਿ ਅਸੀਂ ਇਸ ਕਾਇਨਾਤ ਦੇ ਸਿਰਜਣਹਾਰੇ ਨੂੰ ਪਿਆਰ ਕਰੀਏ ਤੇ ਉਹਦੀ ਸਿਰਜਣਾ ਨੂੰ ਵੀ ਪਿਆਰ ਕਰੀਏ। ਤੋ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਉਹਨਾਂ ਦਾ ਇੱਕ ਵੱਡਾ ਯੋਗਦਾਨ ਆ। ਜਿਹੜੀ ਉਹਨੇ ਰਾਗਾਂ ਵਿੱਚ ਬਾਣੀ ਲਿਖੀ, ਉਹ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਉਹਦਾ ਸਾਰਾ ਜੀਵਨ ਉਹਨਾਂ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਚਾਰ ਕਰਨ ਵਿੱਚ ਗੁਜ਼ਾਰਿਆ ਔਰ ਅਖੀਰ ਤੇ ਉਹਨਾਂ ਦੀ ਸ਼ਹਾਦਤ। ਸੋ ਇਹ ਸਾਰੇ ਉਹਨਾਂ ਦੇ ਜੀਵਨ ਦਾ ਜੋ ਲਕਸ਼, ਜੋ ਉਹਨਾਂ ਦੇ ਜੀਵਨ ਦਾ ਉਦੇਸ਼, ਉਹ ਇਹੀ ਹੈ ਕਿ ਸਾਡੀ ਦੁਨੀਆ ਜਿਹੜੀ ਆ ਉਹ ਹੋਰ ਸੋਹਣੇ ਰਿਸ਼ਤਿਆਂ ਵਾਲੀ ਦੁਨੀਆ ਹੋਵੇ। ਜਿਵੇਂ ਅਸੀਂ ਦੇਖਦੇ ਹਾਂ ਕਿ ਕਿੰਨੀ ਦੁਨੀਆ ਵਿੱਚ ਧਰਮਾਂ ਦੇ ਨਾਂ ਤੇ ਖੂਨ ਡੁੱਲਿਆ, ਕਦੀ ਸਰਹੱਦਾਂ ਦੇ ਨਾਮ ਤੇ ਖੂਨ ਡੁੱਲਿਆ। ਸੋ ਉਹ ਇੱਕ ਅਗਿਆਨਤਾ ਚੋਂ ਹੀ ਖੂਨ ਡੁੱਲਦਾ। ਜੇ ਅਸੀਂ ਇਹਦਾ ਮਹਿਸੂਸ ਕਰੀਏ ਕਿ ਅਸੀਂ ਸਾਰੇ ਇੱਕ ਈਸ਼ਵਰ ਦੇ ਧੀਆਂ ਪੁੱਤਰ ਹਾਂ, ਤੋ ਉਸ ਗੱਲ ਨੂੰ ਵਾਰ-ਵਾਰ ਅਸੀਂ ਯਾਦ ਰੱਖੀਏ ਤਾਂ ਇਹ ਦੁਨੀਆ ਜਿਹੜੀ ਹੈ ਇੱਕ ਬਹੁਤ ਅਮਨ ਔਰ ਸ਼ਾਂਤੀ ਵਾਲੀ ਜਗ੍ਹਾ ਬਣ ਸਕਦੀ ਹੈ। ਸੋ ਗੁਰੂ ਤੇਗ ਬਹਾਦਰ ਜੀ ਨੂੰ ਅਸੀਂ ਇੱਕ ਤਰ੍ਹਾਂ ਸਰਬ ਧਰਮ ਸਨਮਾਨ ਦੇ ਰਾਖੇ ਵੀ ਕਹਿੰਦੇ ਆ, ਉਹਨਾਂ ਨੂੰ ਹਿੰਦੁਸਤਾਨ ਦੀ ਆਨ ਦੇ ਰਾਖੇ ਵੀ ਕਹਿੰਦੇ ਆ, ਉਹਨੂੰ ਹਿੰਦ ਦੀ ਚਾਦਰ ਵੀ ਕਹਿੰਦੇ ਆ ਕਿ ਉਹਨਾਂ ਨੇ ਹਿੰਦੁਸਤਾਨ ਲਈ ਇੱਕ ਸ਼ੈਲਟਰ ਬਣੇ। ਉਹਨਾਂ ਨੇ, ਅਸੀਂ ਕਹਿੰਦੇ ਕਿ ਉਹਨਾਂ ਨੇ ਧਰਮ ਦੀ ਰੱਖਿਆ ਲਈ, ਜਿਸ ਧਰਮ ਦੇ ਉਹ ਖੁਦ ਉਹ ਤਿਲਕ ਤੇ ਜੰਜੂ ਨਹੀਂ ਸੀ ਪਹਿਨਦੇ, ਪਰ ਉਹਨਾਂ ਤਾਂ ਵੀ ਕਿਹਾ ਕਿ ਹਰੇਕ ਜੋ ਵੀ ਚਾਹਵਾਨ ਆ ਉਸਨੂੰ ਤਿਲਕ ਜੰਜੂ ਪਹਿਨਣ ਦਾ ਹੱਕ ਚਾਹੀਦਾ। ਸੋ ਇੱਕ ਤਰ੍ਹਾਂ ਉਹਨਾਂ ਨੇ ਜੋ ਅਨੇਕਤਾ, ਜੋ ਦੁਨੀਆ ਦੀ ਵੰਨ ਸਵੰਨਤਾ ਦੀ ਖੂਬਸੂਰਤੀ ਆ, ਕਿ ਅਸੀਂ ਉਹਨਾਂ ਨੇ ਉਸ ਦੀ ਖਾਤਰ ਆਪਣੀ ਆਹੂਤੀ ਦਿੱਤੀ, ਆਪਣੀ ਕੁਰਬਾਨੀ ਦਿੱਤੀ, ਆਪਣੀ ਸ਼ਹਾਦਤ ਦਿੱਤੀ ਕਿ ਤਾਂ ਜੋ ਦੁਨੀਆ 'ਚ ਰੰਗ ਬਿਰੰਗਾਪਨ, ਵੰਨ ਸਵੰਨਾਪਨ ਔਰ ਇੱਕ ਵਿਵਧਤਾ ਰਵੇ। ਸਭ ਇੱਕ ਰੰਗ ਨਾ ਹੋ ਜਾਣ ਕਿ ਸਭ ਦੁਨੀਆ ਦੇ ਇੱਕ ਧਰਮ ਹੀ ਹੋਵੇ ਜਾਂ ਇੱਕ ਭਾਸ਼ਾ ਹੀ ਹੋਵੇ। ਸੋ ਜਿਸ ਤਰ੍ਹਾਂ ਕੋਈ ਵੀ ਬਾਗ ਹੈ ਉਹ ਰੰਗ ਬਿਰੰਗੇ ਫੁੱਲਾਂ ਨਾਲ ਸ਼ੋਭਦਾ, ਇਸੇ ਤਰ੍ਹਾਂ ਜਹਾਨ ਜੋ ਹੈ, ਜੋ ਦੁਨੀਆ, ਉਹ ਬੰਦਿਆਂ ਦੇ ਅਲੱਗ-ਅਲੱਗ ਸੱਭਿਆਚਾਰ, ਅਲੱਗ-ਅਲੱਗ ਬੋਲੀਆਂ, ਅਲੱਗ-ਅਲੱਗ ਧਰਮ। ਸੋ ਇਹ ਵੰਨ ਸਵੰਨਤਾ ਆਪਣੇ ਵਿੱਚ, ਕਿਉਂਕਿ ਜੇ ਪ੍ਰਮਾਤਮਾ ਵੰਨ ਸਵੰਨਤਾ ਨਾ ਚਾਹੁੰਦਾ ਹੁੰਦਾ ਤਾਂ ਪ੍ਰਮਾਤਮਾ ਨੇ ਇੰਨੀ ਰੰਗ ਬਿਰੰਗੀ ਦੁਨੀਆ ਨਹੀਂ ਸੀ ਪੈਦਾ ਕਰਨੀ। ਸੋ ਪ੍ਰਮਾਤਮਾ ਖੁਦ, ਕੁਦਰਤ ਜਿਹੜੀ ਖੁਦ ਵੰਨ ਸਵੰਨਤਾ ਦੇ ਹੱਕ ਵਿੱਚ ਹੈ। ਸੋ ਅਸੀਂ ਉਸ ਵੰਨ ਸਵੰਨਤਾ ਨੂੰ ਸੈਲੀਬ੍ਰੇਟ ਕਰਦੇ ਹਾਂ, ਅਸੀਂ ਸਭ ਧਰਮਾਂ ਦੇ ਸਨਮਾਨ ਨੂੰ ਸੈਲੀਬ੍ਰੇਟ ਕਰਦੇ ਹਾਂ। ਅਸੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਉਹਨਾਂ ਦੀ ਜੀਵਨ ਯਾਤਰਾ, ਉਹਨਾਂ ਦੇ ਉਪਦੇਸ਼ਾਂ, ਉਹਨਾਂ ਦੇ ਜੋ ਸਫ਼ਰ ਯਾਤਰਾਵਾਂ, ਉਹਨਾਂ ਨੇ ਅਸਾਮ ਤੱਕ, ਬੰਗਾਲ ਤੱਕ, ਉਸ ਤੋਂ ਵੀ ਅੱਗੇ ਤੱਕ ਯਾਤਰਾਵਾਂ ਕਰਕੇ ਪ੍ਰਚਾਰ ਕੀਤਾ। ਸੋ ਉਹਨਾਂ ਦੀ ਯਾਦ ਨੂੰ, ਪਵਿੱਤਰ ਯਾਦ ਨੂੰ ਅਸੀਂ ਕਰਦੇ, ਉਹਨਾਂ ਨੂੰ ਸਿਰ ਝੁਕਾਉਂਦੇ ਹਾਂ ਔਰ ਅਸੀਂ ਸਾਰੀ ਦੁਨੀਆ ਦੇ ਲੋਕਾਂ ਨੂੰ ਆਪਣਾ ਪਿਆਰ, ਆਪਣਾ ਆਦਰ ਔਰ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਆਪਣਾ ਪੂਰਾ ਸਤਿਕਾਰ ਅਰਪਿਤ ਕਰਦੇ ਹਾਂ। ਸੋ ਇਹਨਾਂ ਸ਼ਬਦਾਂ ਨਾਲ ਪਿਆਰੇ ਵਿਦਿਆਰਥੀ ਕਵੀਓ, ਰਚਨਾਕਾਰੋ, ਤੁਹਾਨੂੰ ਬਹੁਤ-ਬਹੁਤ ਜੀ ਆਇਆਂ ਨੂੰ ਔਰ ਤੁਹਾਡੀਆਂ ਪਿਆਰੀਆਂ ਕਵਿਤਾਵਾਂ ਸੁਣਨ ਨੂੰ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ। ਮੈਂ ਸਫ਼ਰ 'ਚ ਹੋਣ ਕਰਕੇ ਮੇਰੇ ਕੋਲ ਨੈਟ ਦਾ ਉਨਾ ਅੱਛਾ ਪ੍ਰਬੰਧ ਨਹੀਂ, ਇਸ ਲਈ ਮੈਂ ਵੀਡੀਓ ਨਹੀਂ ਔਨ ਕਰ ਸਕਿਆ, ਪਰ ਮੈਂ ਤੁਹਾਨੂੰ ਸੁਣਦਾ ਵੀ ਰਹੂੰਗਾ ਔਰ ਮੈਂ ਤੁਹਾਡੇ ਵਿੱਚ ਸ਼ਾਮਲ ਵੀ ਰਹੂੰਗਾ। ਔਰ ਸੋ ਇਹਨਾਂ ਸ਼ਬਦਾਂ ਨਾਲ ਤੁਹਾਨੂੰ ਬਹੁਤ-ਬਹੁਤ ਪਿਆਰ। ਤੁਸੀਂ ਜ਼ਿੰਦਗੀ 'ਚ ਬਹੁਤ ਤਰੱਕੀ ਕਰੋ, ਬਹੁਤ ਵੱਡੇ ਵਿਅਕਤੀ ਬਣੋ, ਬਹੁਤ ਪਿਆਰੇ ਵਿਅਕਤੀ ਬਣੋ ਔਰ ਤੁਸੀਂ ਕਵਿਤਾ ਤੇ ਸਾਹਿਤ ਨਾਲ ਵੀ ਜੁੜੇ ਰਹੋ। ਔਰ ਕਵਿਤਾ ਤੇ ਸਾਹਿਤ ਨਾਲ ਜੁੜਨ ਦਾ ਮਤਲਬ ਇਹ ਆ ਕਿ ਅਸੀਂ ਜ਼ਿੰਦਗੀ ਦੀ ਖੂਬਸੂਰਤੀ ਨੂੰ ਪਿਆਰ ਕਰਦੇ ਹਾਂ। ਸੋ ਇਹਨਾਂ ਸ਼ਬਦਾਂ ਨਾਲ ਮੇਰੇ ਵੱਲੋਂ ਬਹੁਤ-ਬਹੁਤ ਆਸ਼ੀਰਵਾਦ, ਬਹੁਤ-ਬਹੁਤ ਪਿਆਰ ਭਰੀਆਂ ਦੁਆਵਾਂ। ਮਿਹਰਬਾਨੀ। ਡਾਕਟਰ ਸੁਰਜੀਤ ਪਾਤਰ ਹੋਰਾਂ ਨੇ ਬਹੁਤ ਪਿਆਰੇ ਭਾਵ ਭਿੰਨੇ
ਤੇ ਤੁਹਾਡੇ ਸਾਰਿਆਂ ਵਾਸਤੇ ਸ਼ੁਭ ਕਾਮਨਾਵਾਂ ਭਰੇ ਬੋਲ, ਅਨਮੋਲ ਬੋਲ ਸੁਣਾਏ ਤੇ ਸਾਡੇ ਨਾਲ ਸਫ਼ਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਦਿੰਦੇ ਨਜ਼ਰ ਆਏ ਨੇ ਹਮੇਸ਼ਾ ਵਾਂਗ। ਡਾਕਟਰ ਸਾਹਿਬ ਤੁਹਾਡਾ ਸ਼ੁਕਰੀਆ, ਤੁਸੀਂ ਵਕਤ ਕੱਢਿਆ ਹੈ ਸਾਡੇ ਲਈ, ਸਾਰਿਆਂ ਲਈ ਹਮੇਸ਼ਾ ਵਾਂਗ, ਸੋ ਬਹੁਤ ਬਹੁਤ ਮਿਹਰਬਾਨੀ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਅਮਰਦੀਪ ਕੌਰ ਜੀ ਨੂੰ ਕਿ ਉਹ ਅੱਜ ਦੇ ਸਾਰੇ ਪ੍ਰੋਗਰਾਮ ਦਾ ਜਿਹੜਾ ਹੈ ਇਹਨਾਂ ਨੂੰ ਅਸੀਂ ਕੋਆਰਡੀਨੇਟਰ ਬਣਾਇਆ ਹੈ ਔਰ ਸੰਚਾਲਨਾ ਕਰਦੇ ਰਹਿਣ ਤੇ ਸਾਡੇ ਹੋਣਹਾਰ ਯੁਵਾ ਕਵੀਆਂ ਨੂੰ ਪੇਸ਼ ਕਰਦੇ ਰਹਿਣ। ਇਹ ਪ੍ਰੋਗਰਾਮ ਬਹੁਤ ਸਾਰੇ ਦੂਰ ਦਰਾਡੇ ਲੋਕ ਇਹਦੇ ਨਾਲ ਜੁੜ ਚੁੱਕੇ ਨੇ, ਬਹੁਤ ਸਾਰੇ ਲੋਕ ਦਰਸ਼ਕ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਵੀ ਰਹੇ ਨੇ ਔਰ ਜ਼ਰੂਰ ਹਮੇਸ਼ਾ ਵਾਂਗ ਪ੍ਰੋਗਰਾਮ ਨੂੰ ਪਸੰਦ ਕਰਨਗੇ। ਸੋ ਡਾਕਟਰ ਅਮਰਦੀਪ ਕੌਰ ਜੀ ਆਓ। ਹਾਂਜੀ, बहुत बहुत शुक्रिया डॉक्टर नरेंद्र कुज्ञानवी जी और परम सत्कारत पद्म श्री डॉक्टर सुरजीत पात्र जी जिन्हां दी अगवाई दे विच ये प्रोग्राम हो रहा है और इस समागम का हिस्सा बने बहुत सारे विद्यार्थी, क्योंकि ये विद्यार्थी कविता उत्सव है। सो सारियां नूं मेरे वालों एक निੱਘੀ जी आया और इस जी आया दे विच मैं डॉक्टर कुलदीप सिंह दीप नूं भी जी आया कहंदी हां, ਜਿਹੜੇ ਪਟਿਆਲੇ ਤੋਂ ਨੇ ਔਰ ਬਾਲ ਸਾਹਿਤ ਨਾਲ ਜੁੜੇ ਹੋਏ ਨੇ, ਬਹੁਤ ਵੱਡੇ ਨਾਟਕਕਾਰ ਵੀ ਨੇ ਔਰ ਆਪਣੇ ਕਲੀਗਸ ਜਿਹੜੇ MCMDAV ਵਿੱਚ ਪੜਾਉਂਦੇ ਨੇ, ਡਾਕਟਰ ਮ੍ਰਿਦੁਲਾ ਸ਼ਰਮਾ ਡਿਪਾਰਟਮੈਂਟ ਆਫ ਇੰਗਲਿਸ਼, ਡਾਕਟਰ ਸਰਿਤਾ ਚੌਹਾਨ ਡਿਪਾਰਟਮੈਂਟ ਆਫ ਹਿੰਦੀ, ਉਹਨਾਂ ਨੂੰ ਵੀ ਜੀ ਆਇਆਂ ਕਹਿੰਦੀਆਂ। ਔਰ ਜਿਹੜੇ ਵੱਖ-ਵੱਖ ਪੰਜਾਬ ਦੇ ਕਾਲਜਸ ਤੋਂ ਜਿਹੜੇ ਟੀਚਰ ਜੁੜੇ ਨੇ, ਮੈਡਮ ਅਮਰਪ੍ਰੀਤ ਕੌਰ ਕੰਗ ਜੀ, ਮੈਡਮ ਗੀਤਾਂਜਲੀ ਜੀ, ਸੋ ਉਹਨਾਂ ਸਾਰਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਇਸ ਮੰਚ ਉੱਤੇ ਲੈ ਕੇ ਆਉਣ ਲਈ ਮੈਂ ਪੰਜਾਬ ਕਲਾ परिषद ਵੱਲੋਂ ਨਿੱਘਾ ਸਵਾਗਤ ਕਰਦੀ ਹਾਂ। ਸੋ ਪਹਿਲਾ ਸੱਦਾ ਮੈਂ ਦਿਆਂਗੀ ਗੁਰ ਅਮਾਨਤ ਕੌਰ ਨੂੰ, ਜਿਹੜੀ ਬੱਚੀ ਆਪਣੀ ਕਵਿਤਾ ਲੈ ਕੇ ਇੱਥੇ ਪੇਸ਼ ਹੋਏਗੀ। ਸੋ ਸੰਸਾਰ ਦੀਆਂ ਸਾਰੀਆਂ ਖੇਡਾਂ ਜੀਵਨ ਵਿੱਚ ਕਿਸੇ ਨਾ ਕਿਸੇ ਮੁਕਾਮ ਤੇ ਆ ਕੇ ਮੁੱਕ ਜਾਂਦੀਆਂ ਨੇ, ਪਰ ਸੋਚ ਦੀ ਖੇਡ ਕਦੇ ਨਹੀਂ ਮੁੱਕਦੀ। ਸੋਚ ਦੀਆਂ ਗੰਢਾਂ ਖੁੱਲਦੀਆਂ ਖੁੱਲਦੀਆਂ ਵੀ ਸਾਰੀਆਂ ਨਹੀਂ ਖੁੱਲਦੀਆਂ। ਡਾਕਟਰ ਨਰਿੰਦਰ ਸਿੰਘ ਕਪੂਰ ਦੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਇਸ ਕਵਿਤਾ ਉਤਸਵ ਦਾ ਦੀ ਸ਼ੁਰੂਆਤ ਕਰਦੇ ਹਾਂ। ਪਹਿਲਾ ਸੱਦਾ ਗੁਰ ਅਮਾਨਤ ਕੌਰ ਨੂੰ ਦੇ ਰਹੀ ਹਾਂ, ਜਿਹੜੀ ਕਿ ਸੇਂਟ ਜੋਸਫ ਕਨਵੈਂਟ ਸਕੂਲ ਮਲਪੁਰ ਅਰਖਾਂ ਨਵਾਂ ਸ਼ਹਿਰ ਦੀ ਹੈ ਔਰ ਇਹ 5ਵੀਂ ਜਮਾਤ ਦੀ ਵਿਦਿਆਰਥਣ ਹੈ। ਔਰ ਇਸ ਦੀ ਕਵਿਤਾ ਦਾ ਜਿਹੜਾ ਟਾਈਟਲ ਹੈ ਉਹ ਹੈ ਧੰਨ ਤੇਰੀ ਕਿਰਪਾ ਧੰਨ ਤੇਰੀ ਵਡਿਆਈ, ਨੌਵਾਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ। ਹਾਂਜੀ ਗੁਰੂ ਅਮਾਨਤ, ਤੁਸੀਂ ਆਪਣੀ ਕਵਿਤਾ ਪੜ੍ਹੋ ਔਰ ਬਾਕੀਆਂ ਨੂੰ ਮੇਰੀ ਪੁਰਜ਼ੋਰ ਗੁਜ਼ਾਰਿਸ਼ ਹੈ ਕਿ ਉਹ ਆਪਣਾ ਮਾਈਕ ਆਫ ਰੱਖਣਗੇ ਤਾਂ ਕਿ ਅਸੀਂ ਜਿਹੜਾ ਕਵੀ ਜਾਂ ਕਵਿਤਰੀ ਆਪਣੀ ਕਵਿਤਾ ਦਾ ਪਾਠ ਕਰ ਰਿਹਾ ਉਹਨੂੰ ਧਿਆਨ ਨਾਲ ਸੁਣ ਸਕੀਏ। ਗੁਰ ਅਮਾਨਤ ਕੌਰ। यस मैम। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਧੰਨ ਗੁਰੂ ਤੇਗ ਬਹਾਦਰ, ਧੰਨ ਤੇਰੀ ਕਿਰਪਾ ਧੰਨ ਤੇਰੀ ਵਡਿਆਈ। ਧੰਨ ਤੇਰੀ ਕਿਰਪਾ ਧੰਨ ਤੇਰੀ ਵਡਿਆਈ, ਬਜ਼ੁਰਗਾਂ ਨੇ ਤੇਰੀ ਸਿੱਖਿਆ ਹੈ ਅਪਣਾਈ। ਧੰਨ ਤੇਰੀ ਕਿਰਪਾ ਧੰਨ ਤੇਰੀ ਵਡਿਆਈ, ਮੰਨ ਕੇ ਤੇਰੀ ਸਿੱਖਿਆ ਮਾਪਿਆਂ ਦਾ ਨਾਮ ਰੁਸ਼ਨਾਈਏ, ਕਰਕੇ ਤੈਨੂੰ ਯਾਦ ਰੋਜ਼ ਗੁਰਦੁਆਰਾ ਸਾਹਿਬ ਜਾਈਏ। ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਤੇਗ ਬਹਾਦਰ, ਕੁਰਬਾਨ ਕਰਕੇ ਤੁਸਾਂ ਆਪਣਾ ਸੀਸ ਕਸ਼ਮੀਰੀ ਪੰਡਤਾਂ ਨੂੰ ਬਚਾਇਆ। ਇਸੇ ਕਰਕੇ ਤੁਸਾਂ ਨੂੰ ਸਾਰਿਆਂ ਨੇ ਹਿੰਦ ਦੀ ਚਾਦਰ ਕਹਿਲਾਇਆ। ਧੰਨ ਤੇਰੀ ਕਿਰਪਾ ਧੰਨ ਤੇਰੀ ਵਡਿਆਈ, ਬਜ਼ੁਰਗਾਂ ਨੇ ਹੈ ਤੇਰੀ ਸਿੱਖਿਆ ਅਪਣਾਈ। ਲੁਕਾਈ ਵਾਸਤੇ ਗੁਰੂ ਜੀ ਲੜੀ ਤੁਸਾਂ ਨੇ ਜੋ ਜੰਗ, ਵੇਖ ਕੇ ਤੁਸਾਂ ਦੀ ਦਲੇਰੀ ਹੋ ਗਏ ਸ਼ਾਸਕ ਦੰਗ। ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਤੇਗ ਬਹਾਦਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਅੱਛੇ ਗੁਰੂ ਅਮਾਨਤ ਬੇਟੇ, ਇੰਨੀ ਛੋਟੀ ਕਲਾਸ ਵਿੱਚ ਜਮਾਤ ਵਿੱਚ ਹੁੰਦਿਆਂ ਤੁਸੀਂ ਆਪਣੇ ਗੁਰੂ ਪ੍ਰਤੀ ਇੰਨੇ ਸ਼ਰਧਾਮਈ ਬੋਲ ਬੋਲੇ। ਸੋ ਅਗਲਾ ਸੱਦਾ ਮੈਂ ਦਿਆਂਗੀ ਪਰਵਾਜ਼ ਨੂੰ, ਜਿਹੜਾ ਕਿ 12ਵੀਂ ਜਮਾਤ ਦਾ ਵਿਦਿਆਰਥੀ ਹੈ, ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਤੋਂ। ਪਰਵਾਜ਼। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਮੇਰੀ ਕਵਿਤਾ ਦਾ ਸਿਰਲੇਖ ਹੈ ਬਾਬਾ ਫਿਰ ਦਿੱਲੀ ਚੱਲਿਆ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਉਹ ਦੇਖ ਖੜੇ ਨੇ ਪਾਣੀ ਦੀਆਂ ਬਸ਼ਾਰਾਂ ਅੱਗੇ। ਸਾਰਿਆਂ ਦੇ ਚਿਹਰੇ ਤੇ ਮੱਠਾ ਮੱਠਾ ਝਲਕ ਰਿਹਾ ਗੁਰੂ ਤੇਗ ਬਹਾਦਰ। ਤੇ ਸਾਰੇ ਆਏ ਨੇ
ਆਪਣੇ ਪਹਿਲੇ ਧਰਮ ਕਿਸਾਨੀ ਖਾਤਰ, ਆਪਣੇ ਗੋਬਿੰਦਾਂ ਖਾਤਰ, ਆਪਣੀ ਆਉਣ ਵਾਲੀ ਪੀੜ੍ਹੀ ਖਾਤਰ। ਜ਼ਾਲਮ ਹਕੂਮਤ ਨੇ ਜ਼ੋਰ ਲਾ ਰੱਖਿਆ ਧਰਮ ਬਦਲਾਉਣ ਦਾ, ਦੇਖ ਕੋਈ ਨਹੀਂ ਡੋਲ ਰਿਹਾ, ਸਾਰੇ ਕਹਿ ਰਹੇ ਨੇ ਸਿਰ ਜਾਵੇ ਤਾਂ ਜਾਵੇ ਪਰ ਕਾਰਪੋਰੇਟ ਨਾ ਆਵੇ। ਉਹੀ ਸ਼ਹਿਰ, ਉਹੀ ਕਹਿਰ, ਉਹੀ ਜਜ਼ਬਾ, ਉਹੀ ਅਣਖ ਤੇ ਉਹੀ ਬੜਕ। ਉਹੀ ਸ਼ਹਿਰ, ਉਹੀ ਕਹਿਰ, ਉਹੀ ਜਜ਼ਬਾ, ਉਹੀ ਅਣਖ ਤੇ ਉਹੀ ਬੜਕ। ਬੜੀਆਂ ਸ਼ਰਤਾਂ ਰੱਖੀਆਂ ਗਈਆਂ, ਬੜਾ ਕੁਛ ਕਰਨ ਲਈ ਉਕਸਾਇਆ ਵੀ ਗਿਆ, ਪਰ ਖੜੇ ਨੇ ਇਕਜੁੱਟ ਨਿਰਭਉ ਗੁਰੂ ਤੇਗ ਬਹਾਦਰ ਦੇ ਜੇਰੇ ਵਾਂਗੂ, ਜਿਵੇਂ ਵਾਕਿਆ ਸ਼ਹੀਦ ਹੋਣਾ ਹੀ ਸੋਚ ਕੇ ਆਏ ਹੋਣ। ਧੰਨਵਾਦ ਜੀ। ਬਹੁਤ ਅੱਛੇ ਪ੍ਰਵਾਜ਼, ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਅੱਜ ਦੀ ਸਥਿਤੀ ਦੇ ਨਾਲ ਜਿਹੜਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਕਨਸੈਪਟ ਹੈ ਔਰ ਜੋ ਉਹਨਾਂ ਦੇ ਪਿੱਛੇ ਸੋਚ ਕਾਰਜਸ਼ੀਲ ਸੀ, ਉਹਨੂੰ ਕਿਸਾਨੀ ਅੰਦੋਲਨ ਦੇ ਨਾਲ ਜੋੜ ਕੇ ਜਿਸ ਖੂਬਸੂਰਤੀ ਨਾਲ ਤੁਸੀਂ ਪੇਸ਼ ਕੀਤਾ ਹੈ, ਕਾਬਲੇ ਤਾਰੀਫ ਹੈ। ਔਰ ਰਾਈਟ, ਅਗਲਾ ਸੱਦਾ ਮੈਂ ਦਿਆਂਗੀ ਪੁਨੀਤ ਨੂੰ, ਔਰ ਉਸ ਤੋਂ ਬਾਅਦ ਹਰੀ ਗੋਪਾਲ ਖੁੱਡੀ ਕਲਾਂ ਤੋਂ ਜੇ ਤਿਆਰ ਨੇ ਤਾਂ ਉਹ ਨੇੜੇ ਰਹਿਣ, ਉਹ ਆਪਣਾ ਮਾਈਕ ਅਨਮਿਊਟ ਕਰ ਲੈਣ। ਪਹਿਲੇ ਪੁਨੀਤ ਜਿਹੜੇ ਕਿ DAV ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਤੋਂ ਹੈ। ਪੁਨੀਤ, ਮੇਰੀ ਆਵਾਜ਼ ਸੁਣ ਰਹੇ ਹੋ ਰਾਜੇ? ਹਾਂਜੀ ਮੈਮ, ਸਾਰਿਆਂ ਨੂੰ ਮੇਰੇ ਵੱਲ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਆਪਣੀ ਕਵਿਤਾ ਸੁਣਾਉਣ ਜਾ ਰਹੀ ਹਾਂ, ਸ਼੍ਰੀ ਗੁਰੂ ਤੇਗ ਬਹਾਦਰ ਜੀ। ਔਖੀ ਘੜੀ 'ਚ ਦਿਲ ਵਿੱਚ ਸਾਡੇ, ਔਖੀ ਘੜੀ 'ਚ ਦਿਲ ਵਿੱਚ ਸਾਡੇ ਦੀਵਾ ਇੱਕ ਜਗਾਉਂਦੇ ਹਨ, ਤਾਈਓ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਕਹਾਉਂਦੇ ਹਨ। ਮੱਖਣ ਸ਼ਾਹ ਲੁਬਾਣੇ ਦਾ ਡੁੱਬਦਾ ਜਹਾਜ਼ ਤਾਰਿਆ ਸੀ, ਦੁਖੀਆਂ ਤੇ ਮਜ਼ਲੂਮਾਂ ਖਾਤਰ ਸੀਸ ਆਪਣਾ ਵਾਰਿਆ ਸੀ। ਚੌਂਕ ਚਾਂਦਨੀ ਦਿੱਲੀ ਦੇ ਵਿੱਚ ਜਾ ਕੇ ਸੀਸ ਕਟਵਾਇਆ ਸੀ, ਗੁਰੂ ਸਾਹਿਬ ਨੇ ਦੇ ਕੁਰਬਾਨੀ ਡੁੱਬਦਾ ਹਿੰਦ ਬਚਾਇਆ ਸੀ। ਸ਼ਰਧਾ ਤੇ ਵਿਸ਼ਵਾਸ ਨਾਲ ਜੋ ਸਤਿਗੁਰ ਨੂੰ ਧਿਆਉਂਦਾ ਹੈ, ਪੁਨੀਤ ਕਹਿਓ ਗੁਰੂ ਸਾਹਿਬ ਤੋਂ ਦਿਲੋਂ ਮੰਗੀਆਂ ਮੁਰਾਦਾਂ ਪਾਉਂਦਾ ਹੈ। ਧੰਨਵਾਦ। ਬਹੁਤ ਅੱਛੇ। ਔਖੀ ਘੜੀ 'ਚ ਦਿਲ ਸਾਡੇ ਦੀਵਾ ਇੱਕ ਜਗਾਉਂਦੇ ਹਨ, ਤਾਈਓ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਰਖਵਾਉਂਦੇ ਹਨ। ਬਹੁਤ ਹੀ ਖੂਬਸੂਰਤ ਸ਼ਬਦ ਪੁਨੀਤ ਦੇ ਆਪਣੇ ਉਸ ਗੁਰੂ ਦੇ ਪ੍ਰਤੀ ਅਕੀਦਾ ਪ੍ਰਗਟ ਕਰਨ ਲਈ। ਅਗਲਾ ਸੱਦਾ ਹਰੀ ਗੋਪਾਲ ਜੀ, ਮੇਰੀ ਆਵਾਜ਼ ਸੁਣ ਰਹੇ ਹੋ ਰਾਜੇ? ਹਰੀ ਗੋਪਾਲ ਖੁੱਡੀ ਕਲਾਂ ਤੋਂ, ਜੇ ਉਹ ਨਹੀਂ ਤਾਂ ਮੈਂ ਅਗਲਾ ਸੱਦਾ ਦਿਆਂਗੀ ਮਨਕੀਰਤ ਕੌਰ ਪੰਜੋਲੀ ਕਲਾਂ ਫਤਿਹਗੜ੍ਹ ਸਾਹਿਬ ਤੋਂ। ਯੈਸ ਮੈਮ। ਹਾਂਜੀ ਰਾਜੇ, ਤੁਸੀਂ ਆਪਣੀ ਕਵਿਤਾ ਸਾਡੇ ਅੱਗੇ ਰੱਖ ਸਕਦੇ ਹੋ। ਮਨਕੀਰਤ, ਜਿਹੜੇ ਕਹਿੰਦੇ ਨੇ ਕਿ ਕਿਸੇ ਵੱਡੇ ਮਹਾਂਪੁਰਸ਼ ਨੂੰ ਜਿੰਦ ਪਊ ਲੇਖੇ ਲਾਣੀ, ਕੋਲ ਬੈਠੇ ਗੋਬਿੰਦ ਰਾਏ ਗੱਲ ਪਿਤਾ ਨੂੰ ਆਖੀ, ਹੈ ਨਾ? ਹਾਂਜੀ, ਸੁਣਾਓ ਰਾਜੇ। ਹਾਜ਼ਰੀਨ, ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੋਲੀ ਕਲਾਂ ਦੀ ਵਿਦਿਆਰਥਣ ਅੱਜ ਤੁਹਾਡੇ ਸਾਹਮਣੇ ਆਪਣੀ ਲਿਖੀ ਕਵਿਤਾ ਧੰਨ ਧੰਨ ਗੁਰੂ ਤੇਗ ਬਹਾਦਰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਤੇਰੀ ਕੁਰਬਾਨੀ, ਧੰਨ ਤੇਰੀ ਕੁਰਬਾਨੀ ਦਾਤਿਆ, ਧੰਨ ਤੇਰੀ ਕੁਰਬਾਨੀ। ਕਸ਼ਮੀਰੀ ਪੰਡਿਤ ਚੱਲ ਕੇ ਗੁਰਾਂ ਕੋਲੇ ਆਏ, ਰੋ ਰੋ ਕੇ ਉਹਨਾਂ ਨੇ ਆਪਣੇ ਸੀ ਦੁੱਖ ਸੁਣਾਏ। ਔਰੰਗਜ਼ੇਬ ਬੜਾ ਹੈ ਜ਼ਾਲਮ, ਉਮਰ ਨਾ ਦੇਖੇ ਭਾਈ, ਬੱਚੇ ਅਤੇ ਜਵਾਨ ਨਾ ਦੇਖੇ, ਨਾ ਕੋਈ ਬੁੱਢੀ ਮਾਈ। ਉਸ ਜ਼ਾਲਮ ਨੂੰ ਸਭ ਸਿਖਾਇਆ, ਨਾ ਕੋਈ ਤੇਰਾ ਸਾਨੀ। ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਤੇਰੀ ਕੁਰਬਾਨੀ, ਧੰਨ ਤੇਰੀ ਕੁਰਬਾਨੀ ਦਾਤਿਆ, ਧੰਨ ਤੇਰੀ ਕੁਰਬਾਨੀ। ਜਦੋਂ ਗੋਬਿੰਦ ਨੇ ਸੁਣੀ ਉਹਨਾਂ ਦੀ ਦੁੱਖਾਂ ਭਰੀ ਕਹਾਣੀ, ਕਿਸੇ ਵੱਡੇ ਮਹਾਂਪੁਰਸ਼ ਨੂੰ ਜਿੰਦ ਪਊ ਲੇਖੇ ਲਾਉਣੀ, ਕੋਲ ਬੈਠੇ ਗੋਬਿੰਦ ਰਾਏ ਗੱਲ ਪਿਤਾ ਨੂੰ ਆਖੀ, ਬਾਜ ਤੁਹਾਡੇ ਹੋਰ ਪਿਤਾ ਜੀ ਕੌਣ ਕਰੇਗਾ ਰਾਖੀ। ਜੱਗ ਹੈ ਨਹੀਂ ਤੁਹਾਡੇ ਵਰਗਾ ਦਾਨੀ, ਨਿੱਕੀ ਉਮਰੇ ਚਿਹਰੇ ਉੱਤੇ ਵਰਤ ਗਈ ਹੈਰਾਨੀ। ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਤੇਰੀ ਕੁਰਬਾਨੀ, ਧੰਨ ਤੇਰੀ ਕੁਰਬਾਨੀ ਦਾਤਿਆ, ਧੰਨ ਤੇਰੀ ਕੁਰਬਾਨੀ। ਨੌਵੇਂ ਗੁਰਾਂ ਨੇ ਦਿੱਲੀ ਵੱਲ ਨੂੰ ਚਾਲੇ ਪਾਏ, ਸਿਰ ਜਾਏ ਤਾਂ ਜਾਏ ਬੇਸ਼ੱਕ, ਸਿੱਖੀ ਸਿਦਕ ਨਾ ਜਾਏ। ਹਿੰਦੂ ਧਰਮ ਦੀ ਕੀਤੀ ਰੱਖਿਆ ਬਣ ਕੇ ਹਿੰਦ ਦੀ ਚਾਦਰ, ਇਸ ਲਈ ਅਸੀਂ ਆਖੀਏ ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਧੰਨ ਗੁਰੂ ਤੇਗ ਬਹਾਦਰ। ਦੂਜਿਆਂ ਲਈ ਜਾਨ ਵਾਰ ਕੇ ਕਰ ਗਏ ਕੰਮ ਲਾਸਾਨੀ, ਸੂਰਜ ਚੰਨ ਰਹੇਗਾ ਜਦ ਤੱਕ ਰਹੇਗੀ ਯਾਦ ਕੁਰਬਾਨੀ। ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਤੇਰੀ ਕੁਰਬਾਨੀ,
ਧੰਨ ਤੇਰੀ ਕੁਰਬਾਨੀ ਦਾਤਿਆ, ਧੰਨ ਤੇਰੀ ਗੁਰਬਾਨੀ। ਧੰਨਵਾਦ। ਬਹੁਤ ਅੱਛੇ ਬੇਟੇ। ਮਨਕੀਰਤ, ਪੰਜੋਲੀ ਕਲਾ, ਫਤਿਹਗੜ੍ਹ ਸਾਹਿਬ। ਮੈਂ ਇਹਨਾਂ ਵਿਦਿਆਰਥਣਾਂ ਨੂੰ ਅਕਸਰ ਪੰਜਾਬ ਆਰਟਸ ਕੌਂਸਲ ਦੇ ਵਿੱਚ ਕਿਸੇ ਨਾ ਕਿਸੇ ਗਤੀਵਿਧੀ ਦੇ ਵਿੱਚ ਐਕਟਿਵ ਦੇਖਦੀ ਰਹਿੰਦੀ ਹਾਂ, ਔਰ ਇਹ ਬੱਚੇ ਨਿਰੰਤਰ ਮਾਤ ਭਾਸ਼ਾ ਦੇ ਲਈ ਇੰਨੇ ਯਤਨਸ਼ੀਲ ਰਹਿੰਦੇ ਨੇ ਕਿ ਕੁਛ ਨਾ ਕੁਛ ਇਹ ਨਵਾਂ ਜ਼ਰੂਰ ਕੱਢ ਲਿਆਉਂਦੇ ਨੇ। ਔਰ ਜੇ ਸਾਡੀ ਆਉਣ ਵਾਲੀ ਪੀੜ੍ਹੀ ਜਾਂ ਇਹ ਸਾਡੀ ਛੋਟੀਆਂ ਜਮਾਤਾਂ ਦੇ ਵਿਦਿਆਰਥੀ ਆਪਣੀ ਭਾਸ਼ਾ ਨੂੰ ਲੈ ਕੇ ਔਰ ਆਪਣੇ ਵਿਰਸੇ ਨੂੰ ਲੈ ਕੇ ਇੰਨੇ ਪ੍ਰਬੁੱਧ ਨੇ, ਇੰਨੇ ਜੁੜੇ ਹੋਏ ਨੇ, ਤਾਂ ਸਾਨੂੰ ਇਹ ਲੱਗਦਾ ਹੈ ਕਿ ਤਾਂ ਹੀ ਇਹ ਕਿਹਾ ਜਾਂਦਾ ਹੈ ਕਿ ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਸदियों रहा है दुश्मन दौरे जहां हमारा। ਸੋ ਅਗਲਾ ਸੱਦਾ ਮੈਂ ਦਿਆਂਗੀ ਅਰਸ਼ਪ੍ਰੀਤ ਕੌਰ, ਜਿਹੜੀ ਕਿ ਪੰਜੋਲੀ ਕਲਾ ਫਤਿਹਗੜ੍ਹ ਸਾਹਿਬ ਤੋਂ ਹੈ। ਅਰਸ਼ਪ੍ਰੀਤ ਦੀ ਆਵਾਜ਼। ਹਾਂਜੀ ਬੇਟੇ। ਅਰਸ਼ਪ੍ਰੀਤ ਕਹਿੰਦੀ ਹੈ ਕਿ ਜਿਸ ਸੀਸ ਕਟਾਇਆ ਪਰ ਸਿਦਕ ਨਾ ਗਵਾਇਆ, ਜਿਸ ਸੀਸ ਕਟਾਇਆ ਪਰ ਸਿਦਕ ਨਾ ਗਵਾਇਆ। ਹਾਂਜੀ ਰਾਜੇ। ਹਾਜ਼ਰੀਨ, ਪੇਸ਼ ਹੈ ਮੇਰੀ ਕਵਿਤਾ ਧੰਨ ਧੰਨ ਗੁਰੂ ਤੇਗ ਬਹਾਦਰ। ਧੰਨ ਧੰਨ ਗੁਰੂ ਤੇਗ ਬਹਾਦਰ, ਕਹਿੰਦੇ ਜਿਹਨੂੰ ਹਿੰਦ ਦੀ ਚਾਦਰ। ਖੜੀ ਜਾ ਔਰੰਗਜ਼ੇਬ ਅੱਗੇ, ਹੋਇਆ ਜਦ ਧਰਮ ਦਾ ਨਿਰਾਦਰ। ਜ਼ਾਲਮ ਵੇਖ ਕੇ ਹੌਸਲਾ ਗੁਰੂ ਦਾ, ਆਪਣੀਆਂ ਕਦੇ ਸਜ਼ਾ ਦੇ ਕੇ ਡਰਾਵਦਾ। ਪਰ ਸਿਦਕ ਦੇ ਪੱਕੇ ਗੁਰੂ ਨੇ ਨਾ ਆਪਣਾ ਹੌਸਲਾ ਡੋਲਿਆ। ਵੇਖ ਜ਼ੁਲਮ ਔਰੰਗਜ਼ੇਬ ਦਾ, ਬੇਡਰ ਹੋ ਕੇ ਬੋਲਿਆ। ਜ਼ਾਲਮ ਬਾਦਸ਼ਾਹ ਨੇ ਬੜਾ ਕਹਿਰ ਕਮਾਇਆ, ਦਿੱਲੀ ਚੌਂਕ ਚਾਂਦਨੀ ਵਿੱਚ ਸਿਰ ਕਤਲ ਕਰਾਇਆ। ਨਾਮ ਚਮਕਦਾ ਹੈ ਹੁਣ ਵੀ ਸੁਨਹਿਰੀ ਅੱਖਰਾਂ 'ਚ, ਜਿਸ ਸੀਸ ਕਟਾਇਆ। ਧੰਨ ਧੰਨ ਗੁਰੂ ਤੇਗ ਬਹਾਦਰ, ਜਿਸ ਡੁੱਬਦਾ ਧਰਮ ਬਚਾਇਆ, ਜਿਸ ਡੁੱਬਦਾ ਧਰਮ ਬਚਾਇਆ। ਧੰਨਵਾਦ। ਬਹੁਤ ਅੱਛੇ ਬੇਟੇ ਅਰਸ਼ਪ੍ਰੀਤ। ਸੋ ਮੈਂ ਇੱਥੇ ਗੁਰਦੇਵ ਸਿੰਘ ਰਾਏ ਦੀ ਕਵਿਤਾ ਨੂੰ ਕੋਟ ਕਰਨਾ ਚਾਹਾਂਗੀ। ਉਹ ਕਹਿੰਦੇ ਨੇ, ਜੀਵਨ ਉਹੀ ਹੰਡਾਮਦੇ ਜੋ ਮਰਨੇ ਲਈ ਤਿਆਰ। ਜੀਵਨ ਉਹੀ ਹੰਡਾਮਦੇ ਜੋ ਮਰਨੇ ਲਈ ਤਿਆਰ। ਮਰਨਾ ਸੂਰਿਆਂ ਹੱਕ ਹੈ ਜੇ ਬਣ ਜਾਏ ਸ਼ਾਹਕਾਰ। ਜਿਹੜੇ ਆਜ਼ਾਦੀ ਵਾਸਤੇ ਜਾਨਾਂ ਦੇਵਣ ਵਾਰ, ਬਣਨ ਸਰੋਤ ਪ੍ਰੇਰਨਾ ਅਮਰ ਰਹਿਣ ਸੰਸਾਰ। ਪੈਰਾਂ ਦੇ ਇਤਿਹਾਸ ਤਾਂ ਐਵੇਂ ਮੰਦੀ ਠਾਹਰ, ਸਿਰ ਵਾਲੇ ਇਤਿਹਾਸੀ ਬਣਦੇ ਨੇ ਸ਼ਾਹਕਾਰ। ਸਿਰ ਵਾਲੇ ਇਤਿਹਾਸੀ ਬਣਦੇ ਨੇ ਸ਼ਾਹਕਾਰ। ਸੋ ਗੁਰੂ ਤੇਗ ਬਹਾਦਰ ਦੀ ਸ਼ਹੀਦੀ, ਉਹਨਾਂ ਦੀ ਸ਼ਹਾਦਤ ਹੀ ਅਜਿਹੀ ਸੀ ਜਿਸ ਸਦਕਾ ਅੱਜ ਸਾਰੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ ਸਹਿ ਧਰਮ, ਸਹਿ ਹੋਂਦ ਦਾ ਸੁਨੇਹਾ ਸਾਨੂੰ ਦਿੱਤਾ। ਸੋ ਅਗਲੀ ਆਵਾਜ਼ ਜਿਹੜੀ ਤੁਸੀਂ ਸੁਣੋਗੇ ਉਹ ਹੋਏਗੀ ਕੁਲਵਿੰਦਰ ਕੌਰ, ਖਾਲਸਾ ਕਾਲਜ ਸਿੱਧਵਾਂ ਖੁਰਦ ਲੁਧਿਆਣਾ ਤੋਂ। ਕੁਲਵਿੰਦਰ, ਮੇਰੀ ਆਵਾਜ਼ ਆ ਰਹੀ ਬੱਚੇ? ਹਾਂਜੀ ਮੈਮ। ਹਾਂਜੀ, ਤੁਸੀਂ ਆਪਣੀ ਕਵਿਤਾ ਰੱਖੋ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਫਤਿਹ। ਮੇਰੀ ਕਵਿਤਾ ਦਾ ਵਿਸ਼ਾ ਹੈ ਧੰਨ ਧੰਨ ਗੁਰੂ ਤੇਗ ਬਹਾਦਰ ਜੀ। ਆਪਣੇ ਧਰਮ ਦੀ ਖਾਤਰ ਲੱਖਾਂ ਲੋਕ ਸ਼ਹੀਦੀ ਪਾਉਂਦੇ ਨੇ। ਵਿਰਲੇ ਹੁੰਦੇ ਜੋ ਦੂਜੇ ਲਈ ਆਪਣਾ ਆਪ ਗਵਾਉਂਦੇ ਨੇ। ਵਿਰਲੇ ਹੁੰਦੇ ਜੋ ਦੂਜੇ ਲਈ ਆਪਣਾ ਆਪ ਗਵਾਉਂਦੇ ਨੇ। ਸਾਰੀ ਦੁਨੀਆ ਉੱਤੇ ਹੋਣਾ ਨਾਮ ਹੀ ਤੇਰਾ ਸਾਨੀ ਜੀ। ਧੰਨ ਧੰਨ ਸਤਿਗੁਰੂ ਤੇਗ ਬਹਾਦਰ, ਧੰਨ ਕੀਤੀ ਕੁਰਬਾਨੀ ਜੀ। ਧੰਨ ਧੰਨ ਸਤਿਗੁਰੂ ਤੇਗ ਬਹਾਦਰ, ਧੰਨ ਕੀਤੀ ਕੁਰਬਾਨੀ ਜੀ। ਨਿਰਦੋਸ਼ਾਂ ਤੇ ਜ਼ੁਲਮ ਕਮਾਵਣ ਲੱਗੀਆਂ ਜਦ ਸਰਕਾਰਾਂ ਸੀ। ਦਿੱਲੀ ਦੇ ਵੱਲ ਸਤਿਗੁਰ ਮੇਰੇ ਮੋੜੀਆਂ ਫਿਰ ਬਹਾਰਾਂ ਸੀ। ਦਿੱਲੀ ਦੇ ਵੱਲ ਸਤਿਗੁਰ ਮੇਰੇ ਮੋੜੀਆਂ ਫਿਰ ਬਹਾਰਾਂ ਸੀ। ਔਰੰਗਜ਼ੇਬ ਸੀ ਜ਼ੁਲਮ ਕਮਾਉਂਦਾ ਤੇ ਕਰਦਾ ਮਨਮਾਨੀ ਸੀ। ਧੰਨ ਧੰਨ ਸਤਿਗੁਰ ਤੇਗ ਬਹਾਦਰ, ਧੰਨ ਕੀਤੀ ਕੁਰਬਾਨੀ ਜੀ। ਧੰਨ ਧੰਨ ਸਤਿਗੁਰ ਤੇਗ ਬਹਾਦਰ, ਧੰਨ ਕੀਤੀ ਕੁਰਬਾਨੀ ਜੀ। ਪੰਡਤਾਂ ਦੀ ਫਰਿਆਦ ਸੁਣੀ ਤਾਂ ਨੈਣੋਂ ਆ ਗਿਆ ਪਾਣੀ ਸੀ। ਗੋਬਿੰਦ ਰਾਏ ਜੀ ਦੀ ਵੀ ਤਾਂ ਹਾਲੇ ਉਮਰ ਨਿਆਣੀ ਸੀ।
ਗੋਬਿੰਦ ਰਾਏ ਜੀ ਦੀ ਵੀ ਤਾਂ ਹਾਲੇ ਉਮਰ ਨਿਆਣੀ ਸੀ। ਖੇਰੂ ਖੇਰੂ ਟੱਪਰ ਹੋ ਗਿਆ ਪਈ ਉਠਾਣੀ ਹਾਨੀ ਸੀ। ਧੰਨ ਧੰਨ ਸਤਿਗੁਰ ਤੇਗ ਬਹਾਦਰ ਧੰਨ ਤੇਰੀ ਕੁਰਬਾਨੀ ਜੀ। ਧੰਨ ਧੰਨ ਸਤਿਗੁਰ ਤੇਗ ਬਹਾਦਰ ਧੰਨ ਕੀਤੀ ਕੁਰਬਾਨੀ ਜੀ। ਚੌਂਕ ਚਾਂਦਨੀ ਦਿੱਲੀ ਦੇ ਵਿੱਚ ਜਦੋਂ ਸ਼ਹਾਦਤ ਪਾਈ ਸੀ। ਰੋਇਆ ਆਦਮ ਸਾਰਾ ਮਚ ਗਈ ਉਦੋਂ ਹਾਲ ਦੁਹਾਈ ਸੀ। ਕੀ ਦਸੀਏ ਕੁਰਬਾਨੀ ਬਾਰੇ ਹੁੰਦੀ ਨਹੀਂ ਬਿਆਨੀ ਜੀ। ਧੰਨ ਧੰਨ ਸਤਿਗੁਰ ਤੇਗ ਬਹਾਦਰ ਧੰਨ ਕੀਤੀ ਕੁਰਬਾਨੀ ਜੀ। ਧੰਨ ਕੀਤੀ ਕੁਰਬਾਨੀ ਜੀ। ਧੰਨ ਕੀਤੀ ਕੁਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਅੱਛੇ ਕੁਲਵਿੰਦਰ ਅਜੇ, ਬਹੁਤ ਅੱਛੇ। ਉਹ ਕਿਹਾ ਜਾਂਦਾ ਹੈ ਕਿ ਕੇਵਲ ਕਲਾ ਪ੍ਰੇਮੀ ਹੀ ਜ਼ਿੰਦਗੀ ਜਿਉਂਦੇ ਹਨ, ਜਦੋਂ ਕਿ ਬਾਕੀਆਂ ਕੋਲੋਂ ਜ਼ਿੰਦਗੀ ਘੁੰਡ ਕੱਢ ਕੇ ਜਾਂ ਪੱਲਾ ਬਚਾ ਕੇ ਨਿਕਲ ਜਾਂਦੀ ਹੈ। ਸੋ ਜੋ ਕੁਝ ਗੀਤ ਸੰਗੀਤ ਵਿੱਚ ਢਲ ਜਾਂਦਾ ਹੈ ਉਹ ਸਦੀ ਵੀ ਬਣ ਜਾਂਦਾ ਹੈ ਨਾ। ਸੋ ਕਵਿਤਾ ਨੂੰ ਤੁਸੀਂ ਜਿਸ ਢੰਗ ਨਾਲ, ਜਿਸ ਅੰਦਾਜ਼ ਵਿੱਚ ਗਾ ਕੇ ਸੁਣਾਇਆ ਆਪਣੇ ਇਹਨਾਂ ਸ਼ਬਦਾਂ ਨੂੰ, ਉਹ ਕਾਬਿਲੇ ਤਾਰੀਫ ਹੈ। ਔਰ ਅਗਲਾ ਸੱਦਾ ਮੈਂ ਦਿਆਂਗੀ ਖੁਸ਼ੀ ਸ਼ਰਮਾ, ਇਹ ਵੀ ਖਾਲਸਾ ਕਾਲਜ ਸਿੱਧਵਾਂ ਖੁਦ ਲੁਧਿਆਣਾ ਤੋਂ ਨੇ। ਖੁਸ਼ੀ, ਮੇਰੀ ਆਵਾਜ਼ ਆ ਰਹੀ ਬੱਚੇ? ਯੈਸ ਮੈਮ। ਹਾਂਜੀ ਬੱਚੇ, ਤੁਸੀਂ ਆਪਣੀ ਕਵਿਤਾ ਰੱਖੋ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਖਾਲਸਾ ਕਾਲਜ ਫॉर ਵਿਮਨ ਸਿੱਧਵਾਂ ਖੁਰਦ ਦੀ ਵਿਦਿਆਰਥਣ ਖੁਸ਼ੀ ਸ਼ਰਮਾ ਆਪਣੀ ਸਵੈ ਰਚਿਤ ਕਵਿਤਾ ਧਰਮ ਦੇ ਰਖਵਾਲੇ ਪੇਸ਼ ਕਰਨ ਜਾ ਰਹੀ ਹਾਂ। ਹਿੰਦੂ ਧਰਮ ਲਈ ਜਾਨ ਕੁਰਬਾਨ ਕੀਤੀ, ਸਿੱਖ ਧਰਮ ਲਈ ਸ਼ਹੀਦ ਹੋਏ ਪੋਤਰੇ ਚਾਰੇ। ਉਹ ਨਾਨਕ ਨਾਲ ਜਿਉਣ ਦੀ ਜਾਂਚ ਦਸੀ, ਤੁਮਾਂ ਪਈਆਂ ਸੀ ਵਿੱਚ ਜਹਾਨ ਸਾਰੇ। ਉਹਨਾਂ ਹਾਰ ਕੇ ਜਿਉਣਾ ਸਿੱਖਿਆ ਨਾ, ਭਾਵੇਂ ਸਿੱਖੀ ਲਈ ਜਿੰਦ ਵਾਰ ਗਏ ਸੀ। ਗੁਰੂ ਜ਼ੁਲਮ ਕਿਸੇ ਤੇ ਕਰ ਦੇਣਾ, ਜ਼ਾਲਮ ਨੂੰ ਚੁਣ ਚੁਣ ਮਾਰ ਗਏ ਸੀ। ਔਰੰਗਜ਼ੇਬ ਦਾ ਵੱਧਦਾ ਜ਼ੁਲਮ ਵੇਖ, ਕਸ਼ਮੀਰੀ ਪੰਡਤ ਸੀ ਆਏ ਪੁਕਾਰ ਲੈ ਕੇ। ਗੁਰਾਂ ਸੁਣ ਕੇ ਉਹਨਾਂ ਦੀ ਸਾਰੀ ਗਾਥਾ, ਆਪਾ ਵਾਰ ਦਿੱਤਾ ਸੀ ਹਿੰਦੂ ਧਰਮ ਖਾਤਰ। ਪੈਰ ਅੱਗੇ ਹੀ ਅੱਗੇ ਨੂੰ ਤਰੀ ਜਾਂਦੇ, ਜਦੋਂ ਹੱਕ ਲਈ ਤੇਗ ਉਠਾਈ ਹੋਵੇ। ਫਤਿਹ ਉਦੋਂ ਹੀ ਹੁੰਦੀ ਮੈਦਾਨ ਅੰਦਰ, ਸੱਚੇ ਪਾਤਸ਼ਾਹ ਜਦੋਂ ਸਹਾਈ ਹੋਏ। ਨੌਵੇਂ ਪਾਤਸ਼ਾਹ ਜਿੱਤੇ ਮੈਦਾਨ ਲੱਖਾਂ, ਫਤਿਹ ਪਾਈ ਸੀ ਮੁਗਲ ਦੁਰਾਨੀਆਂ ਤੇ। ਕੁਰਬਾਨੀ ਭੁੱਲਦੀ ਨੀ ਹਿੰਦ ਦੀ ਚਾਦਰ ਰਖਵਾਉਣ ਵਾਲੇ ਦੀ। ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਰਜੇ। ਖੁਸ਼ੀ, ਮੈਂ ਇੱਥੇ ਚੰਦ ਸ਼ਬਦ ਵਿਦਿਆਰਥੀਆਂ ਨਾਲ ਸਾਂਝੇ ਕਰਨਾ ਜ਼ਰੂਰੀ ਸਮਝਦੀ ਹਾਂ ਕਿ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਧਾਰਮਿਕ ਆਜ਼ਾਦੀ ਲਈ ਸੀ। ਸੋ ਉਹਨਾਂ ਦਾ ਜਿਹੜਾ ਕਨਸੈਪਟ ਸੀ ਉਹ ਸੀ ਐਕਸੈਪਟ, ਰਿਸਪੈਕਟ ਐਂਡ ਪ੍ਰੋਟੈਕਟ। ਕਸ਼ਮੀਰੀ ਪੰਡਤਾਂ ਦੇ ਖਿਆਲਾਂ ਜਾਂ ਵਿਚਾਰਾਂ ਨਾਲ ਭਾਵੇਂ ਉਹ ਸਹਿਮਤੀ ਰੱਖਦੇ ਸਨ, ਪਰ ਉਹਦੇ ਬਾਵਜੂਦ ਉਹਨਾਂ ਦੇ ਖਿਆਲਾਂ ਦੀ ਰਾਖੀ ਲਈ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ।
ਕਿਉਂ? ਕਿਉਂਕਿ ਹਰ ਮਨੁੱਖ ਨੂੰ ਆਪਣੀ ਮਰਜ਼ੀ ਨਾਲ ਆਪਣਾ ਧਰਮ ਚੁਣਨ ਤੇ ਉਹਨੂੰ ਨਿਭਾਉਣ ਦਾ ਅਧਿਕਾਰ ਹੋਣਾ ਚਾਹੀਦਾ। ਸੋ ਇਹ ਧਾਰਮਿਕ ਆਜ਼ਾਦੀ ਦਾ ਖਿਆਲ, ਇਹਦੀ ਸੋਚ, ਇਹ ਲੋਕਤੰਤਰਿਕ ਧੁਰਾ ਹੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਇੱਕ ਵੱਡਾ ਪਹਿਲੂ ਹੈ। ਸੋ ਅਗਲਾ ਸੱਦਾ ਮੈਂ ਦਿਆਂਗੀ ਮਨਜੀਤ, GGS ਖਾਲਸਾ ਕਾਲਜ ਝਾੜ ਸਾਹਿਬ। ਮਨਜੀਤ, ਮੇਰੀ ਆਵਾਜ਼ ਸੁਣ ਪਾ ਰਹੇ ਹੋ ਰਜੇ? ਹਾਂਜੀ ਮੈਮ। ਹਾਂਜੀ ਰਜੇ, ਤੁਸੀਂ ਆਪਣੀ ਕਵਿਤਾ ਰੱਖੋ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਕਵਿਤਾ ਦਾ ਵਿਸ਼ਾ ਹੈ ਤੇਗ ਵਿਚਾਰੀ ਕੀ ਜਾਣੇ। ਹਾਂਜੀ। ਜ਼ਾਲਿਮ ਦੇ ਹੱਥ ਤੇਗ ਦਾ, ਜ਼ਾਲਿਮ ਦੇ ਹੱਥ ਤੇਗ ਦਾ, ਦੁਨੀਆ ਨੂੰ ਡਰ ਹੈ। ਜ਼ਾਲਿਮ ਦੇ ਹੱਥ ਤੇਗ ਦਾ, ਦੁਨੀਆ ਨੂੰ ਡਰ ਹੈ। ਤੇਗ ਵਿਚਾਰੀ ਕੀ ਜਾਣੇ, ਤੇਗ ਬਹਾਦਰ ਹੈ। ਤੇਗ ਵਿਚਾਰੀ ਤੇਗ ਵਿਚਾਰੀ ਸ਼ਰਮ ਦੀ ਮਾਰੀ, ਰੋਏ ਤੇ ਕੁਰਲਾਏ। ਤੇਗ ਵਿਚਾਰੀ ਸ਼ਰਮ ਦੀ ਮਾਰੀ, ਰੋਏ ਤੇ ਕੁਰਲਾਏ। ਵੇਖ ਸਤਿਗੁਰਾ ਚੌਂਕ ਚ ਮੈਨੂੰ ਬਿਨ ਬਸਤਰ ਲੈ ਆਈ। ਵੇਖ ਸਤਿਗੁਰਾ ਚੌਂਕ ਚ ਮੈਨੂੰ ਬਿਨ ਬਸਤਰ ਲੈ ਆਏ। ਏਦੋਂ ਵੱਧ ਕੀ ਹੋਣਾ, ਏਦੋਂ ਵੱਧ ਕੀ ਹੋਣਾ ਮੇਰਾ, ਹੋਰ ਨਿਰਾਦਰ ਹੈ। ਤੇਗ ਵਿਚਾਰੀ ਕੀ ਜਾਣੇ, ਤੇਗ ਬਹਾਦਰ ਹੈ। ਤੇਗ ਵਿਚਾਰੀ, ਤੇਗ ਵਿਚਾਰੀ। ਮੈਂ ਚਾਹੁੰਦੀ ਆ ਚੁੱਕ ਚੁੱਕ ਤੇਰੇ ਚਰਣੀ ਸੀਸ ਨਿਵਾਉਣਾ। ਮੈਂ ਚਾਹੁੰਦੀ ਆ ਚੁੱਕ ਚੁੱਕ ਤੇਰੇ ਚਰਣੀ ਸੀਸ ਨਿਵਾਉਣਾ। ਜ਼ਾਲਿਮ ਚਾਹੁੰਦੇ ਮੇਰੇ ਹੱਥੋਂ ਤੇਰਾ ਸੀਸ ਕਟਾਉਣਾ। ਜ਼ਾਲਿਮ ਚਾਹੁੰਦੇ ਮੇਰੇ ਹੱਥੋਂ ਤੇਰਾ ਸੀਸ ਕਟਾਉਣਾ। ਮੈਂ ਜ਼ਾਲਮ ਦੇ ਹੱਥ ਵਿੱਚ, ਮੈਂ ਜ਼ਾਲਮ ਦੇ ਹੱਥ ਵਿੱਚ, ਮਨ ਵਿੱਚ ਤੇਰਾ ਆਦਰ ਹੈ। ਤੇਗ ਵਿਚਾਰੀ ਕੀ ਜਾਣੇ, ਤੇਗ ਬਹਾਦਰ ਹੈ। ਤੇਗ ਵਿਚਾਰੀ, ਤੇਗ ਵਿਚਾਰੀ। ਚੱਲ ਤੇਗੇ ਤਨ ਦਾ ਝੋਲਾ, ਗਲ ਮੇਰੇ ਚੋਂ ਲਾ ਦੇ। ਚੱਲ ਤੇਗੇ ਤਨ ਦਾ ਝੋਲਾ, ਗਲ ਮੇਰੇ ਚੋਂ ਲਾ ਦੇ। ਪਰ ਭਾਰਤ ਦੇ ਸੀਸ ਤੇ ਮੇਰੇ ਤਨ ਦੀ ਚਾਦਰ ਪਾ ਦੇ। ਪਰ ਭਾਰਤ ਦੇ ਸੀਸ ਤੇ ਮੇਰੇ ਤਨ ਦੀ ਚਾਦਰ ਪਾ ਦੇ। ਤੈਨੂੰ ਪੁੱਤ ਗੋਬਿੰਦ ਨੀ ਕਹਿਣਾ, ਤੈਨੂੰ ਪੁੱਤ ਗੋਬਿੰਦ ਨੀ ਕਹਿਣਾ। ਹਿੰਦ ਦੀ ਚਾਦਰ ਹੈ। ਤੇਗ ਵਿਚਾਰੀ ਕੀ ਜਾਣੇ, ਤੇਗ ਬਹਾਦਰ ਹੈ। ਤੇਗ ਵਿਚਾਰੀ, ਤੇਗ ਵਿਚਾਰੀ। ਤੇਗ ਵਿਚਾਰੀ। ਵੈਬੀਨਾਰ ਚੱਲ ਰਿਹਾ ਗੁਰੂ ਤੇਗ ਬਹਾਦਰ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बहुत अच्छे बेटा मनजीत। मेरी गुजारिश डॉक्टर सीमा कंवर नूं कि वो अपना माइक म्यूट कर लैन प्लीज। बहुत अच्छे मनजीत। तेग विचारी की जाने कि ए तेग बहादुर है। अगला सद्दा मैं देंगी सिमरनजीत कौर, GGS खालसा कॉलेज झाड़ साहब नूं। सिमरनजीत, मेरी आवाज सुन रहे हो बेटे? हाँ जी मैम। रखो बच्चे अपनी कविता। जे मरण दी गल करदा है, मैं तेरे मारिया मरदा नहीं, वैसे ए तू ही जानदा है, मैं मरण तो डरदा नहीं। शाबाश।
ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਵਿਦਿਆਰਥੀ ਕਵਿਤਾ ਉਤਸਵ ਵਿੱਚ ਮੈਂ ਬੀਬੀ ਹਰਪਾਲ ਕੌਰ ਜੀ ਦੀ ਲਿਖੀ ਹੋਈ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿਦਕ ਤੇ ਸਿਰੜ ਦੀ ਉਪਮਾ ਕੀਤੀ ਗਈ ਹੈ। ਅੱਜ ਫਿਰ ਕਿਲੇ ਦੇ ਸਾਹਮਣੇ ਰੌਣਕ ਜਹੀ ਹੈ ਜਾਪਦੀ, ਚੜਿਆ ਹੈ ਔਰੰਗਜ਼ੇਬ ਜੀਵੇ ਜੰਜ ਲੈ ਕੇ ਪਾਪ ਦੀ। ਹਰ ਮੋੜ ਤੇ ਹਰ ਪੈਰ ਤੇ ਪਹਿਰਾ ਲਗਾਇਆ ਜਾ ਰਿਹਾ ਹੈ। ਅੱਜ ਕਤਲਗਾਹ ਨੂੰ ਕਿਸ ਲਈ ਐਨਾ ਸਜਾਇਆ ਜਾ ਰਿਹਾ ਹੈ। ਸੁਣਿਆ ਹੈ ਅੱਜ ਇਸ ਚੌਕ ਵਿੱਚ ਮਨਸੂਰ ਫੇਰਾ ਪਾਏਗਾ, ਜਿਸ ਨੂੰ ਕਿ ਚਾਹੇ ਮਰਨ ਦਾ ਜੰਜੂ ਦਾ ਰਾਖਾ ਆਏਗਾ। ਤੇ ਮਲਕੜੇ ਜੇ ਆਣ ਕੇ ਲਾ ਕੇ ਸਮਾਧੀ ਬਹਿ ਗਿਆ, ਤੇ ਮਸਤ ਨੈਣਾ ਨਾਲ ਕੋਈ ਰਾਜ਼ ਦੀ ਗੱਲ ਕਹਿ ਗਿਆ। ਤੇ ਕੋਰਾ ਕਾਜ਼ੀ ਅਕਲ ਦਾ ਗੁੱਸੇ 'ਚ ਆ ਕੇ ਬੋਲਿਆ, ਸੂਰਤ ਤਾਂ ਮੂਮਨ ਦੀ ਸੀ ਪਰ ਉਸ ਕੁਫਰ ਏਦਾਂ ਤੋਲਿਆ। ਕਿ ਐਨਾ ਔਰੰਗਜ਼ੇਬ ਦਾ ਕਹਿਣਾ ਕਿ ਕਹਿਣਾ ਮੰਨ ਲਓ, ਅੱਲਾਹੂ ਕਹਿਣਾ ਸਿੱਖ ਲਓ, ਸ਼ਹਿਰਾਂ 'ਚ ਰਹਿਣਾ ਮੰਨ ਲਓ। ਵਰਨਾ ਇਸੇ ਪਲ ਇਸ ਘੜੀ ਕਰ ਲੋ ਤਿਆਰੀ ਮੌਤ ਦੀ, ਜੋ ਵਕਤ ਤੋਂ ਪਹਿਲਾਂ ਮਿਲੇ ਉਸ ਬੇਬਹਾਰੀ ਮੌਤ ਦੀ। ਤਾਂ ਹੱਸ ਕੇ ਬੋਲੇ ਸਤਿਗੁਰੂ ਕੇ ਬਾਦਸ਼ਾਹ ਨੂੰ ਕਹਿ ਦਿਓ, ਧਰਮ ਦੇ ਦੁਸ਼ਮਣ ਤੇ ਝੂਠੇ ਸ਼ਹਿਨਸ਼ਾਹ ਨੂੰ ਕਹਿ ਦਿਓ। ਜੇ ਮਰਨ ਦੀ ਗੱਲ ਕਰਦਾ ਮੈਂ ਤੇਰੇ ਮਾਰਿਆ ਮਰਦਾ ਨਹੀਂ, ਵੈਸੇ ਤੂੰ ਵੀ ਜਾਣਦਾ ਮੈਂ ਮਰਨ ਤੋਂ ਡਰਦਾ ਨਹੀਂ। ਤੈਨੂੰ ਹਕੂਮਤ ਦਾ ਨਸ਼ਾ ਤੇ ਮੈਨੂੰ ਇੱਕ ਓਂਕਾਰ ਦਾ, ਮਹਿਫਿਲ 'ਚ ਅੱਜ ਹੈ ਵੇਖਣਾ ਕਿਹੜਾ ਨਸ਼ਾ ਹੈ ਹਾਰ ਦਾ। ਮੈਂ ਸਿਰ ਕਟਾ ਸਕਦਾ ਹਾਂ ਪਰ ਮੈਂ ਸਿਰ ਝੁਕਾ ਸਕਦਾ ਨਹੀਂ, ਆਵਾਜ਼ ਹੈ ਇਹ ਵਕਤ ਦੀ ਕੋਈ ਦਬਾ ਸਕਦਾ ਨਹੀਂ। ਉਹ ਤੇਗ ਚੱਲੀ ਤੇਗ ਤੇ ਸੂਰਜ ਕਤਲ ਅੱਜ ਹੋ ਗਿਆ, ਧਰਤੀ ਦਾ ਸੀਨਾ ਪਾਟਿਆ ਅਸਮਾਨ ਵੀ ਅੱਜ ਰੋ ਪਿਆ। ਉਹ ਸੀਸ ਦੇ ਕੇ ਸਿਦਕ ਦਾ ਵਪਾਰ ਕੋਈ ਕਰ ਗਿਆ, ਕੁਰਬਾਨੀਆਂ ਦੇ ਦੌਰ ਦੀ ਬੁਨਿਆਦ ਪੱਕੀ ਕਰ ਗਿਆ। ਕੁਰਬਾਨੀਆਂ ਦੇ ਦੌਰ ਦੀ ਬੁਨਿਆਦ ਪੱਕੀ ਕਰ ਗਿਆ, ਬੁਨਿਆਦ ਪੱਕੀ ਕਰ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बहुत ही खूबसूरत अंदाज, बहुत ही खूबसूरत और प्यारी आवाज प्यारी सिमरन जी दी। और ਤੁਹਾਡੀ ਇਸ ਕਵਿਤਾ ਤੋਂ ਬਾਅਦ ਮੇਰਾ ਇੱਕ ਕਹਿਣਾ ਜਾਇਜ਼ ਹੈ ਕਿ ਜੇ ਮਨੁੱਖ ਨੂੰ ਪ੍ਰਸੰਨਤਾ ਤੇ ਆਨੰਦ ਦੀ ਤਾਂਘ ਹੈ ਤਾਂ ਸੰਗੀਤ ਤੇ ਸਾਹਿਤ ਨਾਲ ਉਹਨੂੰ ਸਾਂਝ ਪਾਉਣੀ ਹੀ ਪਵੇਗੀ। ਹਰ ਕੋਈ ਕੇਵਲ ਕਲਾ ਵਿੱਚ ਹੀ ਕਰੂਪਤਾ ਨੂੰ, ਸੁੰਦਰਤਾ ਤੇ ਸੁਸਤੀ ਨੂੰ ਹਿੰਮਤ ਵਿੱਚ ਤੇ ਈਰਖਾ ਨੂੰ ਪਿਆਰ ਵਿੱਚ ਪਲਟਾਉਣ ਦੀ ਯੋਗਤਾ ਹੁੰਦੀ ਹੈ। ਸੋ
ਜਦੋਂ ਅਸੀਂ ਗੀਤ ਸੰਗੀਤ ਨਾਲ ਕਵਿਤਾ ਨਾਲ ਜੁੜ ਜਾਂਦੇ ਹਾਂ ਤੇ ਇਹ ਦੁਨੀਆ ਹੋਰ ਵੀ ਖੂਬਸੂਰਤ ਲੱਗਣ ਲੱਗ ਜਾਂਦੀ ਹੈ। ਅਗਲਾ ਸੱਦਾ ਦਿਆਂਗੀ ਮੈਂ ਅਨੁਰਾਧਾ ਨੂੰ, ਜਿਹੜੀ ਕਿ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਤੋਂ ਹੈ। ਅਨੁਰਾਧਾ, ਮੇਰੀ ਆਵਾਜ਼ ਸੁਣ ਪਾ ਰਹੇ ਹੋ ਬੇਟੇ? ਹਾਂਜੀ ਮੈਮ, ਹਾਂਜੀ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮੇਰੀ ਕਵਿਤਾ ਦਾ ਨਾਮ ਹੈ ਚੱਲ ਕਸ਼ਮੀਰੋਂ ਆਈ ਸੰਗਤ। ਚੱਲ ਕਸ਼ਮੀਰੋਂ ਆਈ ਸੰਗਤ, ਧਰਮ ਬਚਾ ਲਿਓ ਕਹਿੰਦੇ ਪੰਡਤ। ਕਹੇ ਔਰੰਗਾ ਦੀਨ ਕਬੂਲ, ਕਹੇ ਔਰੰਗਾ ਦੀਨ ਕਬੂਲ, ਤਿਲਕ ਮਿਟਾ ਦੇਵੋ। ਆਏ ਥੋੜੀ ਸ਼ਰਨ ਗੁਰੂ ਜੀ, ਧਰਮ ਬਚਾ ਦੇਵੋ। आए थोड़ी शरण गुरु जी, मंदिर खुला देवो। मन मन रोज जनेऊ लाके रोटी खांदा है, धड़ तो शीशे अलग कर देंदा जो अड़ जांदा है। गुरु जी धड़ तो शीशे अलग कर देंदा जो अड़ जांदा है। ओट तू साथ रखी सब ते करन कमा देवो। आए थोड़ी शरण गुरु जी, धर्म बचा देवो। आए थोड़ी शरण गुरु जी, मंदिर खुला देवो। मक्खन सादा डुबदा बेड़ा पार लगाया सी, और विचों दर्शन कर ओने रोला पाया सी। गुरु जी और विचों ने दर्शन कर ओने रोला पाया सी। साडे धर्म दी बेड़ी नूं, साडे धर्म दी बेड़ी नूं तुसां पालंगा देवो। आए थोड़ी शरण गुरु जी, धर्म बचा देवो। नित दिल्ली दरबार च कट दे सिर कश्मीरियां दे, सड़कां उपर हड़ वलदे ने लहू ततीरियां दे। गुरु जी सड़कां उपर हड़ वगदे ने लहू ततीरियां दे। आखे इंदर लहरा वाला, आखे इंदर लहरा वाला नी बरसा देवो। आए थोड़ी शरण गुरु जी, धर्म बचा देवो। आए थोड़ी शरण गुरु जी, मंदिर खुला देवो। गुरु जी धर्म बचा देवो। गुरु जी मंदिर खुला देवो। सत श्री अकाल जी। बहुत अच्छे अनुराधा। ਕਹਿੰਦੇ ਨੇ ਕਿ ਬੋਲ ਬਾਣੀ ਦਿਮਾਗੀ ਤਸਵੀਰ ਹੁੰਦੀ ਹੈ। ਬੋਲ ਬਾਣੀ ਦਿਮਾਗੀ ਤਸਵੀਰ ਹੁੰਦੀ ਹੈ। ਮਿਹਰਬਾਨੀ ਵਾਲੀ ਆਵਾਜ਼ ਨੀਵੀਂ ਹੁੰਦੀ ਹੈ ਪਰ ਇਹ ਗੂੰਜਦੀ ਦੂਰ ਤੱਕ ਹੈ। ਮੈਂ ਫੇਰ ਡਾਕਟਰ ਨਿੰਦਰ ਸਿੰਘ ਕਪੂਰ ਨੂੰ ਕੋਟ ਕਰਾਂਗੀ। ਸੋ ਜਿੰਨੀ ਖੂਬਸੂਰਤ ਆਵਾਜ਼ ਔਰ ਜਿੰਨੇ ਚੰਗੇ ਉਚੇਰੇ ਭਾਵਾਂ ਨਾਲ ਇਹ ਵਿਦਿਆਰਥੀ ਇੱਥੇ ਜੁੜੇ ਨੇ, ਉਹਦੇ ਲਈ ਸ਼ਾਬਾਸ਼ ਜਾਂ ਉਹਦੇ ਲਈ ਕੋਈ ਵੀ ਪ੍ਰਸ਼ੰਸਾ ਭਰਿਆ ਸ਼ਬਦ ਮੈਨੂੰ ਅੱਜ ਥੋੜਾ ਲੱਗ ਰਿਹਾ ਹੈ ਕਿ ਇੰਨੀਆਂ ਛੋਟੀਆਂ ਜਮਾਤਾਂ ਵਿੱਚ ਪੜ੍ਹਦੇ ਹੋਏ ਇਹ ਕਿਸ ਪੱਧਰ ਦਾ ਸੋਚਦੇ ਨੇ, ਔਰ ਸਿਰਫ ਸੋਚਦੇ ਹੀ ਨਹੀਂ ਉਹਨੂੰ ਲਿਖਦੇ ਵੀ ਨੇ, ਔਰ ਸਿਰਫ ਲਿਖਦੇ ਹੀ ਨਹੀਂ ਉਹਨੂੰ ਗਾਉਂਦੇ ਵੀ ਨੇ, ਔਰ ਗਾਉਂਦੇ ਹੀ ਨਹੀਂ ਉਹਨੂੰ ਵਿਸ਼ਵਾਸ ਨਾਲ ਗਾਉਂਦੇ ਨੇ। ਇਸ ਲਈ ਇਹ ਸਾਰੀਆਂ ਚੀਜ਼ਾਂ ਅੱਜ ਇਹਨਾਂ ਵਿਦਿਆਰਥੀਆਂ ਦੀ ਸ਼ਾਬਾਸ਼ੀ ਨੂੰ ਹੀ, ਇਹਨਾਂ ਦੇ ਦ੍ਰਿੜ ਨਿਸ਼ਚੇ ਨੂੰ ਹੀ, ਇਹਨਾਂ ਦੀ ਆਪਣੀ ਮਾਤ ਭਾਸ਼ਾ ਪ੍ਰਤੀ ਪਿਆਰ ਨੂੰ ਹੀ ਪ੍ਰਗਟਾਉਂਦੀਆਂ ਨੇ। ਸੋ ਅਗਲਾ ਸੱਦਾ ਮੈਂ ਦਿਆਂਗੀ ਤੇਜਪ੍ਰੀਤ ਕੌਰ, ਰਾਮਗੜੀਆ ਕਾਲਜ। ਬਹੁਤ ਵਧੀਆ ਬੋਲਦੇ ਬੱਚੇ। ਰਾਮਗੜੀਆ ਕਾਲਜ, ਤੇਜਪ੍ਰੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਤੇਗ ਬਹਾਦਰ ਜੀ,
ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਤੇਗ ਬਹਾਦਰ ਜੀ। ਕੋਈ ਨਾ ਬਣਿਆ ਨੌਵੇਂ ਗੁਰਾਂ ਦਾ, ਕੋਈ ਨਾ ਬਣਿਆ ਨੌਵੇਂ ਗੁਰਾਂ ਦਾ, ਇਸ ਦੁਨੀਆ ਤੇ ਸਾਨੀ, ਇਸ ਦੁਨੀਆ ਤੇ ਸਾਨੀ। ਹਿੰਦੂ ਧਰਮ ਬਚਾਵਣ ਖਾਤਰ ਜਾ ਦਿੱਤੀ ਕੁਰਬਾਨੀ। ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਤੇਗ ਬਹਾਦਰ ਜੀ। ਚੱਲ ਕੇ ਸੀ ਕਸ਼ਮੀਰੀ ਪੰਡਤ ਕੋਲ ਗੁਰਾਂ ਦੇ ਆਏ, ਚੱਲ ਕੇ ਸੀ ਕਸ਼ਮੀਰੀ ਪੰਡਤ ਕੋਲ ਗੁਰਾਂ ਦੇ ਆਏ। ਸਾਡਾ ਬੜਾ ਜਿਉਣਾ ਔਖਾ ਦੁਖੜੇ ਖੋਲ ਸੁਣਾਏ, ਸਾਡਾ ਬੜਾ ਜਿਉਣਾ ਔਖਾ ਦੁਖੜੇ ਖੋਲ ਸੁਣਾਏ। औरंगजेब बड़ा है जालिम, औरंगजेब बड़ा है जालिम, कर दायो मन मानी, कर दायो मन मानी। हिंदू धर्म बचावण खातिर जा दित्ती कुर्बानी। धन गुरु तेग बहादुर जी, धन गुरु तेग बहादुर जी, धन गुरु तेग बहादुर जी, धन गुरु तेग बहादुर जी। कोल खेड़ दे गोविंद राय गल पिता नू आखी, कोल खेड़ दे गोविंद राय गल पिता नू आखी। बाज तुहाडे होर पिता जी कौन करेगा राखी, बाज तुहाडे होर पिता जी कौन करेगा राखी। जग उत्ते कोई नजर नहीं आंदा, जग उत्ते कोई नजर नहीं आंदा, थोड़े वर्गा दानी, थोड़े वर्गा दानी। हिंदू धर्म बचावण खातिर जा दित्ती कुर्बानी। धन गुरु तेग बहादुर जी, धन गुरु तेग बहादुर जी, धन गुरु तेग बहादुर जी, धन गुरु तेग बहादुर जी। हिंदू धर्म दी रखिया कीती बन के हिंद दी चादर, हिंदू धर्म दी रखिया कीती बन के हिंद दी चादर। इसलिए सारी दुनिया आखे धन गुरु तेग बहादुर, ताइयों सारी दुनिया आखे धन गुरु तेग बहादुर। दूजिया खातिर जाने वार के, दूजिया खातिर जाने वार के, कर गए काम लसानी, कर गए काम लसानी। हिंदू धर्म बचावण खातिर जा दित्ती कुर्बानी। धन गुरु तेग बहादुर जी, 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 धन गुरु तेग बहादुर जी। वाहिगुरु जी का खालसा, वाहिगुरु जी की फतेह। ਬਹੁਤ ਸੋਹਣੀ ਕਵਿਤਾ ਪੜ੍ਹੀ ਹੈ ਬੇਟਾ ਤੇਜਪ੍ਰੀਤ। ਉਹ ਕਹਿੰਦੇ ਨੇ ਕਿ ਸੰਗੀਤ ਦੀ ਗੀਤ ਨਾਲ ਡੂੰਗੀ ਸਾਂਝ ਹੈ, ਸੰਗੀਤ ਦੀ ਗੀਤ ਨਾਲ ਡੂੰਗੀ ਸਾਂਝ ਹੈ। ਸੰਗੀਤ ਉਹਨਾਂ ਭਾਵਾਂ ਨੂੰ ਪ੍ਰਗਟਾਉਂਦਾ ਹੈ ਜਿਹੜੇ ਸ਼ਬਦਾਂ ਰੰਗਾਂ ਵਿੱਚ ਪ੍ਰਗਟਾਏ ਨਹੀਂ ਜਾ ਸਕਦੇ ਤੇ ਜਿਹੜੇ ਪ੍ਰਗਟਾਏ ਬਿਨਾਂ ਰਿਹਾ ਵੀ ਨਹੀਂ ਜਾ ਸਕਦਾ। ਸੋ ਗੁਰੂ ਤੇਗ ਬਹਾਦਰ ਦੀ ਅਦੁੱਤੀ ਸ਼ਹਾਦਤ ਨੂੰ ਜਿਨ੍ਹਾਂ ਪਿਆਰੇ ਬੋਲਾਂ ਤੇ ਸ਼ਬਦਾਂ ਨਾਲ ਤੁਸੀਂ
ਪਿਰੋਇਆ ਹੈ ਉਹ ਵਾਕਈ ਹੀ ਸ਼ਾਬਾਸ਼ੀ ਦੇ ਹੱਕਦਾਰ ਨੇ। ਅਗਲਾ ਸੱਦਾ ਮੈਂ ਦਿਆਂਗੀ ਚੇਤਨਾ ਨੂੰ, ਜਿਹੜੀ ਕਿ ਰਾਮਗੜੀਆ ਕਾਲਜ ਲੁਧਿਆਣਾ ਤੋਂ ਹੀ ਹੈ। ਚੇਤਨਾ, ਜੇ ਮੇਰੀ ਆਵਾਜ਼ ਸੁਣ ਰਹੇ ਹੋ ਤੇ ਬੇਟੇ ਆਪਣੀ ਕਵਿਤਾ ਪੇਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਡੁੱਬਦਾ ਧਰਮ ਬਚਾ ਲਿਆ, ਚਾਂਦਨੀ ਚੌਕ ਦਿੱਲੀ ਦੇ ਅੰਦਰ हंस के शीस कटा लिया। धन श्री गुरु तेग बहादुर, दुखी हुए कश्मीरी पंडित जद पटने विच आए, सतगुरु दे दरबार च आके रोए ते कुरलाए। दुखी हुए कश्मीरी पंडित जद पटने विच आए, सतगुरु दे दरबार च आके रोए ते कुरलाए। सुन के दुखा भरी कहानी गुरां ने गले नाल ला लिया, चांदनी चौक दिल्ली दे अंदर हंस के शीस कटा लिया। धन श्री गुरु तेग बहादुर, अपना शीस कटांदे नाजे सतगुरु मन के पाना, हिंदू धर्म दा नाम निशान सी दुनिया तो मिट जाना। अपना शीस कटांदे नाजे सतगुरु मन के पाना, हिंदू धर्म दा नाम निशान सी दुनिया तो मिट जाना। पंडिता दे जने हुआ ताही पल विच लथड़ों बचा लिया, चांदनी चौक दिल्ली दे अंदर हंस के शीस कटा लिया। धन श्री गुरु तेग बहादुर, जिथे डुलिया खून गुरां दा धरती लालो लाल कोई, दुनिया दे कायम रहेगी ऐसी अजब मिसाल होई। जिथे डुलिया खून गुरां दा धरती लालो लाल कोई, दुनिया दे विच कायम रहेगी ऐसी अजब मिसाल होई। देवथरी के वाला सब कुछ धरती रे तो पा गया, चांदनी चौक दिल्ली दे अंदर हंस के शीस कटा लिया। धन श्री गुरु तेग बहादुर, डूबदा धर्म बचा लिया, चांदनी चौक दिल्ली दे अंदर हंस के शीस कटा लिया। धन श्री गुरु तेग बहादुर, तेग बहादुर हिंद दी चादर, हिंद दी चादर गुरु तेग बहादुर। वाहिगुरु जी का खालसा, वाहिगुरु जी की फतेह। ਬਹੁਤ ਹੀ ਪਿਆਰਾ ਅੰਦਾਜ਼, ਪਿਆਰੀ ਚੇਤਨਾ ਦਾ। ਤੇ ਤੁਹਾਡੀ ਇਹ ਕਵਿਤਾ ਸੁਣ ਕੇ ਮੈਨੂੰ ਪਾਤਰ ਸਾਹਿਬ ਦੀਆਂ ਹੀ ਲਾਈਨਾਂ ਯਾਦ ਆ ਰਹੀਆਂ ਨੇ। ਕਹਿੰਦੇ ਹਜ਼ਾਰਾਂ ਪਰਿੰਦੇ ਮੇਰੇ ਮਨ ਚ ਕੈਦੀ, ਜੋ ਦਿਨ ਰਾਤ ਦਿੰਦੇ ਨੇ ਦੁਹਾਈ, ਰਿਹਾਈ ਰਿਹਾਈ ਰਿਹਾਈ। ਸੋ ਜੀ ਕਰਦਾ ਸੀ ਕਿ ਤੁਹਾਡੀ ਇਸ ਆਵਾਜ਼ ਨਾਲ ਹੋਰ ਜਿਹੜੇ ਬੋਲ ਨੇ ਉਹ ਸੁਣਦੇ ਜਾਈਏ। ਬਹੁਤ ਹੀ ਪਿਆਰ ਭਰੀਆਂ ਮੋਹ ਭਰੀਆਂ ਦੁਆਵਾਂ ਬੱਚੇ ਤੁਹਾਡੇ ਲਈ ਸਾਡੇ ਸਾਰਿਆਂ ਵੱਲੋਂ। ਸੋ ਅਗਲਾ ਸੱਦਾ ਦਿਆਂਗੀ ਮੈਂ ਕਾਜਲ, MCM DAV ਕਾਲਜ, ਮੀਰਚੰਦ ਮਹਾਜਨ DAV ਕਾਲਜ ਫॉर वुमेन ਸੈਕਟਰ 36 ਚੰਡੀਗੜ੍ਹ। ਕਾਜਲ ਆਪਣੀ ਕਵਿਤਾ ਹਿੰਦੀ ਵਿੱਚ ਤੁਹਾਡੇ ਸਾਹਮਣੇ ਰੱਖੇਗੀ। ਕਾਜਲ ਮੇਰੀ ਆਵਾਜ਼ ਸੁਣ ਰਹੇ ਹੋ ਬੇਟੇ? ਹਾਂਜੀ ਮੈਮ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੇਰੀ ਕਵਿਤਾ ਗੁਰੂ ਤੇਗ ਬਹਾਦਰ ਜੀ ਤੇ ਹੈ, ਜਿਹੜੀ ਕਿ ਹਿੰਦੀ ਵਿੱਚ ਹੈ।
मेरी कविता का शीर्षक है गुरु तेग बहादुर जी की शहादत। 18 अप्रैल 1621 को 18 अप्रैल 1621 को फिर एक धर्मवीर ने जन्म लिया वीरों की इस धरती पर। गुरु हरगोविंद और माता साहिब नानकी का नन्हा बाल बनकर आया वो उनके घर। बचपन से ही नाम उनका पड़ गया था त्यागमल, सहृदय प्रेम और त्याग के साथ साथ भरपूर था उनमें बल। करने के लिए इस्लाम का विस्तार निर्दयी औरंगजेब जब कर रहा था लाखों जिंदगियां बर्बाद। करने के लिए इस्लाम का विस्तार निर्दयी औरंगजेब जब कर रहा था लाखों जिंदगियां बर्बाद, तब करने के लिए रक्षा हिंदू धर्म और मानवता की गुरु तेग बहादुर जी ने दे दिया अपना ही बलिदान। संबंध रखते तो वो सिख धर्म से थे, पर करते थे सभी धर्मों का सम्मान। इसीलिए तो हिंद के लिए हथेली पर रख दी थी उन्होंने अपनी जान। हिंदू और सिख सब करते हैं उनका आदर, सब पुकारते हैं उन्हें आज भी कहकर हिंद की चादर। जब जल रहे थे लोग धर्मों की जबरन आग में, तब रखी हिंदू धर्म की आन गुरुजी ने अपने एक बलिदान से। मरी हुई कौम में उन्होंने फिर से जान डाल दी थी। मरी हुई कौम में उन्होंने फिर से जान डाल दी थी। शहादत के वक्त भी घबराकर जो हो न सकी चुप, उनकी वो जुबान कमाल की थी। अपना शीश कुर्बान करने वाले गुरु जी के आगे शीश झुकाते हैं लाखों, आज भी दिल्ली के उस गलियारे में जहां दी थी शहादत गुरु जी ने अपनी, शीशगंज गुरुद्वारे में, शीशगंज गुरुद्वारे में। धन्यवाद। बहुत अच्छे काजल। और ਤੁਹਾਡੀ ਇਸ ਕਵਿਤਾ ਤੋਂ ਬਾਅਦ ਮੈਨੂੰ ਬਲਵੰਤ ਤੇਗ ਦੀਆਂ ਕੁਝ ਚੋਣਵੀਆਂ ਕਵਿਤਾਵਾਂ ਵਿੱਚੋਂ ਕੁਝ 4 ਸਤਰਾਂ ਸਾਹਮਣੇ ਆ ਰਹੀਆਂ ਨੇ। ਉਹ ਕਹਿੰਦੇ ਨੇ ਕਿ ਤੇਗ ਨਾਲ ਤੇਗ ਬਹਾਦਰ ਉੱਤੇ ਜਦੋਂ ਆਣ ਜਲਾਦ ਨੇ ਵਾਰ ਕੀਤਾ। ਤੇਗ ਨਾਲ ਤੇਗ ਬਹਾਦਰ ਉੱਤੇ ਜਦੋਂ ਆਣ ਜਲਾਦ ਨੇ ਵਾਰ ਕੀਤਾ। ਦੀਵੇ ਬੁਝੇ ਹੋਏ ਜਗ ਪਏ ਸਭ ਮੰਦਰਾਂ ਦੇ, ਅਰਸ਼ੀ ਦੇਵਤਿਆਂ ਨੇ ਜੈ ਜੈਕਾਰ ਕੀਤਾ। ਸੋ ਇਹਨਾਂ ਸ਼ਬਦਾਂ ਦੇ ਨਾਲ ਅਗਲਾ ਸੱਦਾ ਮੈਂ ਦਿਆਂਗੀ ਦੀਕਸ਼ਾ ਮੇਰਚੰਦ ਮਹਾਜਨ DAV ਕਾਲਜ ਫॉर ਵੂਮਨ। ਔਰ ਮੈਂ ਦੱਸਣਾ ਚਾਹਾਂਗੀ ਪਾਤਰ ਸਾਹਿਬ ਨੂੰ ਔਰ ਬਾਕੀ ਸਾਰੇ ਸਰੋਤਿਆਂ ਨੂੰ ਕਿ ਇਹ ਉਹ ਵਿਦਿਆਰਥੀ ਨੇ ਸਾਡੇ ਕਾਲਜ ਦੇ ਜਿਹੜੇ ਕਾਲਜ ਤੋਂ ਪਾਸ ਆਊਟ ਹੋ ਚੁੱਕੇ ਨੇ, ਪਰ ਫਿਰ ਵੀ ਕਵਿਤਾ ਨਾਲ ਸਾਹਿਤ ਨਾਲ ਇਹਨਾਂ ਦੀ ਇੰਨੀ ਡੂੰਘੀ ਸਾਂਝ ਹੈ ਕਿ ਇਹ ਆਪਣੇ ਆਪ ਨੂੰ ਭਾਸ਼ਾ ਨਾਲ, ਸੋਚ ਨਾਲ ਤੇ ਕਲਮ ਨਾਲ ਜੋੜੀ ਰੱਖਦੇ ਨੇ। ਦੀਕਸ਼ਾ। दीक्षा मेरी आवाज सुन पा रहे हो? सत श्री अकाल सारिਆਂ ਨੂੰ। ਤੇ ਮੈਂ ਅਮਰਦੀਪ ਮੈਮ ਦਾ ਸ਼ੁਕਰੀਆ ਅਦਾ ਕਰਨਾ ਚਾਹੂੰਗੀ ਸਾਡੀ ਇੰਟਰੋਡਕਸ਼ਨ ਦੇਣ ਲਈ। ਤੇ ਮੈਂ ਹੁਣ ਆਪਣੀ ਕਵਿਤਾ ਪੇਸ਼ ਕਰਦੀ ਹਾਂ। ਤੇ ਮੇਰੀ ਕਵਿਤਾ ਦਾ ਜਿਹੜਾ ਸ਼ੀਰਸ਼ਕ ਹੈ ਉਹ ਹੈ ਗੁਰੂ ਤੇਗ ਬਹਾਦਰ ਗਾਜ਼ੀ ਹੈ। ਇਹ ਜਿਹੜਾ ਸ਼ੀਰਸ਼ਕ ਹੈ ਮੈਂ ਇੱਕ ਵਾਰੀ ਦੱਸਣਾ ਚਾਹੂੰਗੀ ਕਿ ਮੈਂ ਬੁੱਲੇ ਸ਼ਾਹ ਨੇ ਇਹ ਕਿਹਾ ਸੀ ਗੁਰੂ ਤੇਗ ਬਹਾਦਰ ਬਾਰੇ, ਤੇ ਮੈਂ ਉੱਥੋਂ ਲਿਆ ਇਹ ਸ਼ੀਰਸ਼ਕ। ਤੇਗ ਵਰਗਾ ਤੇਜ ਲੈ ਕੇ ਆਇਆ ਸੀ ਇੱਕ ਰੂਪ, ਧਰਮ ਦਾ ਸੰਦੇਸ਼ ਲੈ ਕੇ ਆਇਆ ਸੀ ਇੱਕ ਰੂਪ। ਮੌਤ ਦਾ ਕੀ ਡਰ ਉਹ ਨਿਰਭਉ ਨਿਰਵਿਕਾਰ, ਧਰਮ ਨੂੰ ਬਚਾਉਣ ਲਈ ਜਿਸ ਦਿੱਤੀ ਜਾਨ ਨਿਸਾਰ। ਜਿੱਥੇ ਜਿੱਥੇ ਪੈਰ ਧਰਿਆ ਜੋਤ ਵੰਡੀ ਸੀ, ਸਦਾ ਹੁਕਮ ਵਿੱਚ ਜੀਵਨ ਬਿਤਾਇਆ। ਬਹਾਦਰੀ ਤੇ ਬਲੀਦਾਨ ਦੀ ਮਿਸਾਲ ਬਣ ਸੀ ਸਿੱਖੀ ਦਾ ਪਾਠ ਪੜਾਇਆ, ਸੀ ਸਿੱਖੀ ਦਾ ਪਾਠ ਪੜਾਇਆ। ਉਦੋਂ ਇੱਕ ਧਰਮ ਤੰਗ ਦਿਲ ਸੀ, ਅੱਜ ਧਰਮ ਚ ਤੰਗ ਦਿੱਲੀ ਹੈ। ਸਿਉਂਕ ਲੱਗ ਰਹੀ ਗ੍ਰੰਥਾਂ ਪੁਰਾਣਾ ਨੂੰ, ਤੇ ਸੋਚ ਵੀ ਹੋਈ ਸਿੱਲੀ ਹੈ। ਮੱਥੇ ਟੇਕਦਾ ਜਾ ਮੰਦਰ, ਅੰਮ੍ਰਿਤ ਛਕਦਾ ਗੁਰੂ ਘਰ ਦਾ, 5 ਵਕਤ ਨਮਾਜ਼ ਵੀ ਪੜਦਾ, ਪਰ ਕੁਛ ਪੱਲੇ ਨਾ ਪੈਂਦੀ ਹੈ। ਉਦੋਂ ਇੱਕ ਧਰਮ ਸੀ ਨਿਜਵਾਦ ਹੋਇਆ, ਅੱਜ ਧਰਮ ਚ ਨਿਜਵਾਦੀ ਹੈ। ਅੰਨਾ ਕੀ ਰਾਹ ਦਿਖਾਵੇ ਅੰਨੇ ਨੂੰ, ਤੇ ਨਾ ਦਿਖਦਾ ਮੁਰਸ਼ਦ ਹਾਦੀ ਹੈ। ਤੂੰ ਹੀ ਮੁਰਸ਼ਦ ਤੂੰ ਹੀ ਹਾਦੀ, ਤੂੰ ਹੀ ਮੁਰਸ਼ਦ ਤੂੰ ਹੀ ਹਾਦੀ, ਬੁੱਲਾ ਕਹੇ ਤੂੰ ਗਾਜ਼ੀ ਹੈ। ਮੇਰਾ ਤੇਗ ਬਹਾਦਰ ਗਾਜ਼ੀ ਹੈ, ਗੁਰੂ ਤੇਗ ਬਹਾਦਰ ਗਾਜ਼ੀ ਹੈ। ਧੰਨਵਾਦ। ਬਹੁਤ ਖੂਬਸੂਰਤ ਦੀਕਸ਼ਾ। ਦੀਕਸ਼ਾ ਬਹੁਤ ਦੂਰ ਦੀ ਸੋਚਦੀ ਹੈ,
ਬਹੁਤ ਦੂਰ ਦੀ ਸੋਚਦੀ ਹੈ। ਔਰ ਅਗਲਾ ਸੱਦਾ ਮੈਂ ਸੁਮਨਪ੍ਰੀਤ ਨੂੰ ਦੇਵਾਂਗੀ ਔਰ ਨਾਲ ਦੀ ਨਾਲ ਇਹ ਵੀ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਰਾਂਗੀ ਕਿ ਆਪਣੀ ਵਾਰੀ ਤੋਂ ਬਾਅਦ ਆਪਾਂ ਛੱਡ ਕੇ ਨਹੀਂ ਚਲੇ ਜਾਣਾ, ਕਿਉਂਕਿ ਜੇ ਅਸੀਂ ਧਿਆਨ ਨਾਲ ਸੁਣਾਂਗੇ ਤਾਂ ਹੀ ਸਲੀਕੇ ਨਾਲ ਬੋਲਣਾ ਆਏਗਾ। ਸੋ ਬੋਲਣ ਲਈ ਸੁਣਨਾ ਬਹੁਤ ਜ਼ਰੂਰੀ ਹੈ। ਇਸ ਲਈ ਜੇ ਅਸੀਂ ਆਪਣੀ ਕਵਿਤਾ ਪੜ੍ਹ ਚੁੱਕੇ ਹਾਂ ਤੇ ਬਾਕੀਆਂ ਨੂੰ ਵੀ ਸੁਣਨਾ ਲਾਜ਼ਮੀ ਹੈ, ਜਿਹਦੇ ਨਾਲ ਤੁਹਾਨੂੰ ਨਵੇਂ ਖਿਆਲ, ਨਵੇਂ ਵਿਚਾਰ, ਨਵਾਂ ਤਰੀਕਾ, ਨਵਾਂ ਢੰਗ, ਨਵੀਂ ਸ਼ੈਲੀ ਪਤਾ ਲੱਗੇਗੀ। ਸੋ ਅਗਲਾ ਸੱਦਾ ਸੁਮਨਪ੍ਰੀਤ, MCM DAV ਕਾਲਜ ਫॉर वुमेन। ਸੁਮਨ। ਹਾਂਜੀ ਮੈਮ। ਤੇਗ ਬਹਾਦਰ ਸਿਮਰੀਐ ਕਰਨੌਨੇ ਦਾਵੇ ਤਾਏ, ਸਭ ਥਾਈਂ ਹੋਏ ਸਹਾਈ, ਸਭ ਥਾਈਂ ਹੋਏ ਸਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਵੱਲੋਂ ਸੁਮਨਪ੍ਰੀਤ ਕੌਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਨਾ ਨੂੰ ਸਮਰਪਿਤ ਹੋਣ ਦੀ ਲੱਖ ਲੱਖ ਵਧਾਈ ਹੋਵੇ। ਅੱਜ ਮੈਂ ਆਪਣੇ ਆਪ ਨੂੰ ਵਡਭਾਗੀ ਮੰਨਦੀ ਹਾਂ ਜੋ ਉਹਨਾਂ ਦਿੱਤੀ ਸ਼ਹਾਦਤ ਬਾਰੇ ਵਿਚਾਰ ਰੱਖਣ ਦਾ ਇੱਕ ਛੋਟੀ ਜਿਹੀ ਲਿਖੀ ਮੇਰੀ ਕਵਿਤਾ ਰਾਹੀਂ ਮਿਲਿਆ, ਜਿਸ ਦਾ ਸਿਰਲੇਖ ਹੈ ਹਿੰਦ ਦੀ ਚਾਦਰ। ਅੱਜ ਯਾਦ ਹੋਈ ਕੁਰਬਾਨੀ, ਅੱਜ ਯਾਦ ਹੋਈ ਕੁਰਬਾਨੀ, ਸਿੱਖੀ ਸਿਦਕ ਵਾਸਤੇ ਬਣੇ ਕਈ ਗੁਰੂ ਪੀਰਦਾਨੀ। ਡੁੱਬਦੇ ਹੋਏ ਧਰਮ ਨੂੰ ਵੀ ਬਚਾ ਗਏ, ਡੁੱਬਦੇ ਹੋਏ ਧਰਮ ਨੂੰ ਵੀ ਬਚਾ ਗਏ। ਚਾਂਦਨੀ ਚੌਂਕ ਵਿੱਚ ਹੱਸ ਗੁਰੂ ਤੇਗ, ਸੀਸ ਕਟਵਾ ਗਏ, ਸੀਸ ਕਟਵਾ ਗਏ। ਔਰੰਗਜ਼ੇਬ ਦਾ ਕਹਿਰ ਜਾਰੀ ਸੀ, ਔਰੰਗਜ਼ੇਬ ਦਾ ਕਹਿਰ ਜਾਰੀ ਸੀ। ਜਿੱਥੇ ਹਿੰਦੂ ਭੋਲੇ ਭਾਲੇ ਪੰਛੀਆਂ ਤੇ ਜ਼ੁਲਮ ਉਸਦਾ ਭਾਰੀ ਸੀ। ਬੇਵੱਸ ਹੋ ਕੇ ਕੀਤੀ ਗੁਰੂ ਅੱਗੇ ਅਰਦਾਸ, ਕਿਉਂਕਿ ਚਾਰੇ ਪਾਸੋਂ ਟੁੱਟ ਚੁੱਕੀ ਸੀ ਆਸ, ਕਿਉਂਕਿ ਚਾਰੇ ਪਾਸੋਂ ਟੁੱਟ ਚੁੱਕੀ ਸੀ ਆਸ। ਡੁੱਬਦੇ ਹੋਏ ਧਰਮ ਨੂੰ ਵੀ ਬਚਾ ਗਏ, ਡੁੱਬਦੇ ਹੋਏ ਧਰਮ ਨੂੰ ਵੀ ਬਚਾ ਗਏ। ਚਾਂਦਨੀ ਚੌਂਕ ਵਿੱਚ ਹੱਸ ਗੁਰੂ ਤੇਗ, ਸੀਸ ਕਟਵਾ ਗਏ, ਸੀਸ ਕਟਵਾ ਗਏ। ਖੇਡਦੇ ਲਾਲ ਗੋਬਿੰਦ ਰਾਏ ਨੇ ਵੀ ਗੱਲ ਜ਼ਰੂਰੀ ਸੀ ਆਖੀ, ਬਾਝੋਂ ਪਿਤਾ ਜੀ ਤੁਹਾਡੇ ਕੌਣ ਕਰੇਗਾ ਰਾਖੀ, ਬਾਝੋਂ ਪਿਤਾ ਜੀ ਤੁਹਾਡੇ ਕੌਣ ਕਰੇਗਾ ਰਾਖੀ। ਡੁੱਬਦੇ ਹੋਏ ਧਰਮ ਨੂੰ ਵੀ ਬਚਾ ਗਏ। ਚਾਂਦਨੀ ਚੌਂਕ ਵਿੱਚ ਹੱਸ ਗੁਰੂ ਤੇਗ, ਸੀਸ ਕਟਵਾ ਗਏ, ਸੀਸ ਕਟਵਾ ਗਏ। ਧਰਮ ਖਾਤਰ ਜਾਨ ਵੀ ਵਾਰ ਗਏ, ਐਸਾ ਸੂਰਮਾ ਬਣ ਹਿੰਦ ਉੱਤੇ ਧਰਮ ਦੀ ਚਾਦਰ ਤਾਣ ਗਏ। ਗੁਰੂ ਤੇਗ ਬਹਾਦਰ ਜੀ ਵਰਗਾ ਸ਼ਹੀਦ ਕੋਈ ਹੋ ਨਹੀਂ ਸਕਦਾ, ਗੁਰੂ ਤੇਗ ਬਹਾਦਰ ਜੀ ਵਰਗਾ ਸ਼ਹੀਦ ਕੋਈ ਹੋ ਨਹੀਂ ਸਕਦਾ, ਤੇ ਕੋਈ ਹੋਰ ਦਾਨੀ ਵੀ ਦਿਲ ਨੂੰ ਛੋਹ ਨਹੀਂ ਸਕਦਾ। ਡੁੱਬਦੇ ਹੋਏ ਧਰਮ ਨੂੰ ਵੀ ਬਚਾ ਗਏ। ਚਾਂਦਨੀ ਚੌਂਕ ਵਿੱਚ ਹੱਸ ਗੁਰੂ ਤੇਗ, ਸੀਸ ਵੀ ਕਟਵਾ ਗਏ। ਚਾਂਦਨੀ ਚੌਂਕ ਵਿੱਚ ਹੱਸ ਗੁਰੂ ਤੇਗ, ਸੀਸ ਵੀ ਕਟਵਾ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਅੱਛੇ ਸੁਮਨ। ਇਹ ਉਹ ਵਿਦਿਆਰਥੀ ਨੇ ਜਿਨ੍ਹਾਂ ਨੂੰ ਜਦੋਂ ਵੀ ਔਰ ਜਿਸ ਕੰਮ ਲਈ ਯਾਦ ਕੀਤਾ ਜਾਏ ਇਹ ਖੜੇ ਹੋ ਜਾਂਦੇ ਨੇ। ਔਰ ਮੈਨੂੰ ਕਦੀ ਵੀ ਇਹੋ ਜਿਹਾ ਮੌਕਾ ਨਹੀਂ ਮਿਲਿਆ ਕਿ ਇਹਨਾਂ ਵੱਲੋਂ ਕੋਈ ਵੀ ਨਾ ਮੈਨੂੰ ਸੁਣਨੀ ਪਵੇ ਕਿ ਮੈਡਮ ਇਹ ਕੰਮ ਅਸੀਂ ਨਹੀਂ ਕਰ ਸਕਦੇ ਜਾਂ ਇਹ ਸਾਨੂੰ ਨਹੀਂ ਆਉਂਦਾ। ਇਦਾਂ ਦੇ ਸ਼ਬਦ ਇਹਨਾਂ ਵਿਦਿਆਰਥੀਆਂ ਦੀ ਡਿਕਸ਼ਨਰੀ ਵਿੱਚ ਸ਼ਾਇਦ ਹੈ ਹੀ ਨਹੀਂ। ਔਰ ਮੈਂ ਉਮੀਦ ਕਰਦੀ ਹਾਂ ਕਿ ਜਿਹੜੇ ਬਾਕੀ ਵਿਦਿਆਰਥੀ ਹੋਰ ਕਾਲਜਸ ਦੇ, ਸਕੂਲ ਦੇ ਨੇ, ਉਹਨਾਂ ਦੇ ਅਧਿਆਪਕ ਸਾਹਿਬਾਨ ਵੀ ਆਪਣੇ ਵਿਦਿਆਰਥੀਆਂ ਲਈ ਇਹੀ ਕੁਝ ਸੋਚਦੇ ਹੋਣਗੇ ਔਰ ਵਿਦਿਆਰਥੀ ਵੀ ਇਦਾਂ ਦੇ ਹੀ ਹੋਣਗੇ। ਤਾਂ ਹੀ ਉਹਨਾਂ ਦੀ ਇਹ ਪ੍ਰਤੀਬੱਧਤਾ ਹੀ ਹੈ ਸਾਹਿਤ ਪ੍ਰਤੀ, ਕਵਿਤਾ ਪ੍ਰਤੀ, ਜਿਹੜੀ ਉਹਨਾਂ ਨੂੰ ਅੱਜ ਇਸ ਮੰਚ ਉੱਤੇ ਲੈ ਕੇ ਆਈ ਹੈ। ਸੋ ਅਸੀਂ ਸਾਰੇ ਆਪਣੇ ਇਹੋ ਜਿਹੇ ਵਿਦਿਆਰਥੀਆਂ ਉੱਤੇ ਜਿਹੜੇ ਕਿਸੇ ਵੀ ਕਾਲਜ ਨਾਲ, ਕਿਸੇ ਵੀ ਸੰਸਥਾ ਦੇ ਨਾਲ ਜੁੜੇ ਨੇ ਔਰ ਕਿਸੇ ਵੀ ਭਾਸ਼ਾ ਦੇ ਵਿੱਚ ਆਪਣੇ ਵਿਚਾਰ ਰੱਖ ਰਹੇ ਨੇ, ਉਹਨਾਂ ਉੱਤੇ ਨਿੱਘਾ ਮਾਣ ਮਹਿਸੂਸ ਕਰਦੇ ਹਾਂ। ਸੋ ਅਗਲਾ ਸੱਦਾ ਮੇਰਾ ਨਿਮਰਤ, MCM DAV ਕਾਲਜ ਫॉर वुमेन, ਔਰ ਉਸ ਤੋਂ ਬਾਅਦ ਗੁਰਪ੍ਰੀਤ ਕੌਰ, ਦੇਵ ਸਮਾਜ ਫॉर वुमेन, ਦੇਵ ਸਮਾਜ ਕਾਲਜ ਫॉर वुमेन ਉਹ ਤਿਆਰ ਰਹਿਣ। ਸੋ ਅਗਲਾ ਸੱਦਾ ਮੈਂ ਦੇ ਰਹੀ ਹਾਂ ਨਿਮਰਤ, MCM DAV ਕਾਲਜ। ਸਤਿ ਸ਼੍ਰੀ ਅਕਾਲ ਸਭ ਨੂੰ। ਮੇਰਾ ਨਾਮ ਨਿਮਰਤ ਹੈ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਲਿਖਤ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਨਾਮ ਹੈ ਅੰਗਾਰੇ। ਅੱਜ ਬੇਰੋਕ ਕਲਮ ਨੂੰ ਕਿੰਜ ਰੋਕਾਂ, ਕਿਵੇਂ ਠੱਲਾਂ ਮੈਂ ਵਹਾ ਇਨ੍ਹਾਂ ਸ਼ਬਦਾਂ ਦਾ, ਜੋ ਇੱਕ ਇੱਕ ਮੇਰੀ ਹਿੱਕ ਵਿੱਚੋਂ ਉੱਠ ਰਿਹਾ, ਤੜਫ ਰਿਹਾ, ਕੁਰਲਾ ਰਿਹਾ ਤੇ ਕਹਿ ਰਿਹਾ, ਮੈਨੂੰ ਆਜ਼ਾਦ ਕਰ। ਚੇਤੇ ਕਰ ਸ਼ਹਾਦਤ ਦਾ ਉਹ ਦਿਹਾੜਾ, ਹੰਝੂ ਬਣ ਬਣ ਲਹੂ ਉਤਰ ਰਿਹਾ। ਧੰਨ ਸੇ ਗੁਰੂ ਮੇਰਾ ਜੋ ਹਿੰਦ ਵਾਸਤੇ ਬਣਿਆ, ਹਿੰਦ ਦੀ ਚਾਦਰ ਕੁਰਬਾਨ ਹੋ ਕੇ। ਕਿਵੇਂ ਜ਼ਬਰ ਤੇ ਜ਼ੁਲਮ ਦੀ ਅੱਤ ਹੋਈ, ਜਿਹਨੂੰ ਵੇਖ ਕੇ ਦੁਨੀਆ ਤੇ ਦੀਨ ਦੀ ਅੱਖ ਰੋਈ। ਅੱਜ ਤਾਂ ਹੀ ਤਾਂ ਕਲਮ ਕੁਰਲਾ ਉੱਠੀ, ਬੋਲ ਬਣ ਬਣ ਅੰਗਾਰੇ ਭਖ ਉੱਠੇ, ਬੋਲ ਬਣ ਬਣ ਅੰਗਾਰੇ ਭਖ ਉੱਠੇ। ਧੰਨਵਾਦ।
ਬਹੁਤ ਅੱਛੇ ਨਿਮਰਤ, ਬਹੁਤ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਭਾਵਪੂਰਤ ਜਿਹੜੇ ਤੁਹਾਡੇ ਅਹਿਸਾਸ ਨੇ ਉਹਨਾਂ ਨੂੰ ਤੁਸੀਂ ਗੁੰਦਿਆ, ਪਰੋਇਆ ਔਰ ਪੇਸ਼ ਕੀਤਾ। ਔਰ ਅਗਲਾ ਸੱਦਾ ਮੈਂ ਦਿਆਂਗੀ ਗੁਰਪ੍ਰੀਤ, ਦੇਵ ਸਮਾਜ ਕਾਲਜ ਫॉर ਵੂਮਨ ਚੰਡੀਗੜ੍ਹ ਨੂੰ। ਗੁਰਪ੍ਰੀਤ। ਯੈਸ ਮੈਮ। ਮੈਂ ਦੇਵ ਸਮਾਜ ਕਾਲਜ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਆਪ ਜੀ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇੱਕ ਕਵਿਤਾ ਪੇਸ਼ ਕਰ ਰਹੀ ਹਾਂ। ਚਾਂਦਨੀ ਦਾ ਚੌਕ ਤੇ ਇਕੱਠ ਹੈ ਹਨੇਰਿਆਂ ਦਾ, ਹਨੇਰਿਆਂ ਨੇ ਅੱਜ ਕਤਲ ਕਰਨਾ ਸਵੇਰਿਆਂ ਦਾ, ਸਵੇਰਿਆਂ ਦੀ ਰਾਤ ਵਿੱਚੋਂ ਅੱਜ ਖੂਨ ਇੱਕ ਝੜੇਗਾ, ਹਨੇਰਾ ਇੱਥੋਂ ਦੂਰ ਹੋ ਸਵੇਰਾ ਫਿਰ ਚੜੇਗਾ, ਇੱਕ ਯਾਰੇ ਨਾਲ ਚੀਰ ਦਿੱਤਾ, ਦੂਜਾ ਦੇਗ ਵਿੱਚ ਕੜਤਾ, ਤੀਜਾ ਰੂਚ ਲਪੇਟ ਦਿੱਤਾ, ਵੇਖੋ ਹੱਸ ਹੱਸ ਸੜਦਾ, ਰੂਚ ਲਪੇਟ ਦਿੱਤਾ, ਵੇਖੋ ਹੱਸ ਹੱਸ ਸੜਦਾ, ਪਿੰਜਰੇ 'ਚ ਬੈਠ ਗੁਰੂ ਅੱਖੀ ਨੇ ਨਿਹਾਰਦੇ, ਤਨ ਸਿੱਖੀ ਪਏ ਮੁਖ 'ਚ ਉਚਾਰਦੇ, ਤਨ ਸਿੱਖੀ ਪਏ ਮੁਖ 'ਚ ਉਚਾਰਦੇ, ਚੱਲੀ ਤੇਗ ਅਤ ਵੇਗ ਨਾਲ ਸੀਸ ਧੜ ਨਾਲੋਂ ਕੱਟ ਗਈ, ਜੋ ਸ਼ਮਾ ਬਲੀ ਚਮਕੌਰ ਵਿੱਚ ਜ਼ੁਲਮੀ ਹਨੇਰ ਸਾਵੇਂ ਡਟ ਗਈ, ਜੋ ਸ਼ਮਾ ਬਲੀ ਚਮਕੌਰ ਵਿੱਚ ਜ਼ੁਲਮੀ ਹਨੇਰ ਸਾਵੇਂ ਡਟ ਗਈ, ਦਿਸਦਾ ਨਾ ਕੋਈ ਹੁਣ ਨਿਸ਼ਾਨ ਇੱਥੇ ਹਨੇਰਿਆਂ ਦਾ, ਸ਼ਬਦ ਨਾਦ ਸਿਰਫ ਅੱਜ ਗੂੰਜਦਾ ਸਵੇਰਿਆਂ ਦਾ, ਸ਼ਬਦ ਨਾਦ ਸਿਰਫ ਅੱਜ ਗੂੰਜਦਾ ਸਵੇਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਖੂਬਸੂਰਤ ਆਵਾਜ਼ ਔਰ ਬਹੁਤ ਹੀ ਪਿਆਰੇ ਬੋਲਾਂ ਦੇ ਵਿੱਚ ਗੁਰਪ੍ਰੀਤ ਨੇ ਜਿਹਨੂੰ ਕਹਿ ਲੋ ਕਿ ਆਪਣੀ ਹਾਜ਼ਰੀ ਲਗਵਾਣੀ ਸੀ, ਇਸ ਲਈ ਉਹ ਲਗਾਤਾਰ ਜਦੋਂ ਦਾ ਪ੍ਰੋਗਰਾਮ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਇਹਦੀ ਸ਼ਮੂਲੀਅਤ ਨਹੀਂ ਸੀ ਲਿਸਟ ਵਿੱਚ, ਪਰ ਇਸ ਬੱਚੀ ਦੀ ਆਵਾਜ਼ ਨੇ ਇੱਥੇ ਤੱਕ ਪਹੁੰਚਣਾ ਸੀ, ਇਸ ਲਈ ਇਹ ਲਗਾਤਾਰ ਮੈਨੂੰ ਫੋਲੋ ਕਰ ਰਹੀ ਸੀ ਔਰ ਮੈਂ ਇਹਨੂੰ ਸ਼ਾਬਾਸ਼ੀ ਦਿੰਦੀ ਹਾਂ ਉਹਦੀ ਇਸ ਕਵਿਤਾ ਲਈ ਔਰ ਇਹਦੀ ਇਸ ਆਵਾਜ਼ ਲਈ। ਬੱਚੇ ਇਸ ਪਾਸੇ ਲਗਾਤਾਰ ਲੱਗੇ ਰਹੋ ਔਰ ਇਹਦੇ ਵਿੱਚ ਹੀ ਤੁਹਾਡਾ ਵਿਕਾਸ ਔਰ ਤੁਹਾਡੀ ਖੁਸ਼ਹਾਲੀ ਨਿਸ਼ਚਿਤ ਹੈ। ਅਗਲਾ ਸੱਦਾ ਦਿਆਂਗੀ ਮੈਂ ਪਰਨੀਤ ਕੌਰ, MCM DAV ਕਾਲਜ ਚੰਡੀਗੜ੍ਹ। ਪਰਨੀਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਦਾ ਸਿਰਲੇਖ ਹੈ ਬਹਾਦਰ ਦੀ ਬਹਾਦਰੀ। ਅੰਬਰਸਰ ਦੀ ਧਰਤੀ ਤੇ ਤਿਆਗਮਲ ਦਾ ਜਨਮ ਹੋਇਆ, ਲੜ ਮੁਗਲਾਂ ਖਿਲਾਫ ਜੰਗ ਮੈਦਾਨ ਵਿੱਚ ਨਾਮ ਤਿਆਗਮਲ ਤੋਂ ਤੇਗ ਬਹਾਦਰ ਪਿਆ। ਕਸ਼ਮੀਰੀ ਪੰਡਤਾਂ ਦੇ ਸ਼ਰਨ ਆਏ ਤੇ ਬਹਾਦਰ ਦੀ ਬਹਾਦਰੀ ਦਾ ਮੁੜ ਇਮਤਿਹਾਨ ਹੋਇਆ। ਮਾਸੂਮਾਂ ਦੀ ਰਖਵਾਲੀ ਕਰਦਾ ਫਿਰ ਗੁਰੂ ਦਿੱਲੀ ਦੇ ਰਾਹ ਪਿਆ। ਦੇਖ ਹੌਸਲਾ ਗੁਰੂ ਮੇਰੇ ਦਾ, ਉਧਰ ਔਰੰਗਜ਼ੇਬ ਨੂੰ ਗਸ਼ ਪਿਆ। ਕੀਤੇ ਫਰਮਾਨ ਗ੍ਰਿਫਤਾਰੀ ਦੇ ਜਾਰੀ, ਹਰ ਇੱਕ ਸੀ ਜ਼ੁਲਮ ਢੋਇਆ। ਫਿਰ ਤਾਂ ਬਸ ਨਿੱਕੀ ਉਮਰੇ ਸੀ ਗੋਬਿੰਦ ਯਤੀਮ ਹੋਇਆ, ਜਦੋਂ ਪਿਤਾ ਤੇਗ ਬਹਾਦਰ ਸੀਸ ਦੇ ਚਾਂਦਨੀ ਚੌਂਕ 'ਚ ਸ਼ਹੀਦ ਹੋਇਆ। ਲੈ ਤੁਰਿਆ ਸੀਸ ਅਨੰਦਪੁਰ ਨੂੰ, ਭਾਈ ਜੈਤਾ ਧੰਨਵਾਦ ਦਾ ਪਾਤਰ ਹੋਇਆ। ਧੜਦੇ ਸੰਸਕਾਰ ਦਾ ਜਿੰਮਾ ਭਾਈ ਲੱਖੇ ਨੇ ਆਪਣੇ ਸਿਰ ਲਿਆ। ਬੇਕਸੂਰਾਂ ਲਈ ਲੜਨ ਦਾ ਤਰੀਕਾ ਗੁਰੂ ਸਿਖਾ ਗਿਆ। ਹਰ ਧਰਮ ਦੀ ਰਖਵਾਲੀ ਕਰਨਾ ਇਹ ਵੀ ਸਮਝਾ ਗਿਆ
ਕੇਸ ਨਾ ਦਿਓ ਸਿਰ ਦਿਓ ਇਹ ਹੁਕਮ ਵੀ ਵਰਤਾ ਗਿਆ, ਪਰ ਪਤਾ ਨਹੀਂ ਫਿਰ ਵੀ ਕਿਉਂ ਅੱਜ ਉਹਦਾ ਦਿੱਤਾ ਜੱਗ ਭੁਲਾ ਗਿਆ, ਉਹਦਾ ਦਿੱਤਾ ਜੱਗ ਭੁਲਾ ਗਿਆ। ਧੰਨਵਾਦ। ਬਹੁਤ ਅੱਛੇ ਪਰਨੀਤ, ਕਿ ਅਸੀਂ ਉਹ ਯਾਦ ਰੱਖੀਏ ਜਿਸ ਕਾਰਨ ਗੁਰੂ ਨੇ ਸ਼ਹੀਦੀ ਦਿੱਤੀ, ਜਿਸ ਕਾਰਨ ਉਹਨਾਂ ਦੀ ਸ਼ਹਾਦਤ ਹੋਈ। ਠੀਕ ਹੈ, ਸੋ ਦਾਦੇ ਪੜਦਾਦੇ ਜਾਂ ਪਿਤਾ ਜੀ ਕਿੰਨੇ ਵੀ ਲੰਬੇ ਹੋਣ, ਹੈ ਨਾ, ਦੱਸਣ ਲੱਗਿਆਂ ਸਾਨੂੰ ਆਪਣਾ ਹੀ ਕੱਦ ਦੱਸਣਾ ਪੈਂਦਾ ਹੈ ਕਿ ਅਸੀਂ ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੇ ਵਿਰਸੇ ਨੂੰ ਕਿੰਨਾ ਕੁ ਸਾਂਭਿਆ ਤੇ ਕਿੰਨਾ ਕੁ ਅੱਗੇ ਤੋਰਨ ਵਿੱਚ ਸਹਾਈਆਂ। ਸੋ ਇਸ ਤੋਂ ਬਾਅਦ ਮੇਰੇ ਕੋਲ 4 ਵਿਦਿਆਰਥੀ ਟੋਟਲ ਰਹਿ ਜਾਂਦੇ ਨੇ, ਔਰ ਇਹਨਾਂ ਵਿਦਿਆਰਥੀਆਂ ਦੇ ਨਾਮ ਮੈਂ ਲੈ ਦਿੰਦੀ ਹਾਂ। ਜੇ ਇਹਨਾਂ ਤੋਂ ਇਲਾਵਾ ਵੀ ਕੋਈ ਹੈ ਤਾਂ ਮੈਂ ਪਤ ਸਾਹਿਬ ਦੀ ਇਜਾਜ਼ਤ ਦੇ ਨਾਲ ਉਸ ਬੱਚੇ ਨੂੰ ਮੰਚ ਤੇ ਲਿਆ ਸਕਦੀ ਹਾਂ। ਅਮਨਦੀਪ ਕੌਰ, ਨਵਪ੍ਰੀਤ ਕੌਰ, ਬਖਸ਼ਾਨਪ੍ਰੀਤ ਸਿੰਘ ਤੇ ਦੀਰਗਾ। ਔਰ ਇੱਕ ਬੱਚਾ ਹੋਰ ਸੀ ਜਿਹਨੇ ਆਪਣਾ ਨਾਮ ਦਿੱਤਾ ਸੀ ਹਰੀ ਗੋਪਾਲ ਖੁੱਡੀ ਕਲਾਂ, ਜਿਨ੍ਹਾਂ ਨੇ ਜੁਆਇਨ ਨਹੀਂ ਸੀ ਕੀਤਾ। ਜੇ ਉਹ ਹੁਣ ਜੁਆਇਨ ਕਰ ਚੁੱਕੇ ਨੇ ਤਾਂ ਉਹ ਆਪਣੀ ਕਵਿਤਾ ਰੱਖ ਸਕਦੇ ਨੇ ਅਮਨਦੀਪ ਕੌਰ ਤੋਂ ਬਾਅਦ। ਅਮਨਦੀਪ, MCM DAV ਕਾਲਜ ਫॉर ਵੂਮਨ। ਬੱਚੇ ਆਪਣੀ ਕਵਿਤਾ ਰੱਖੋ। ਅਮਨਦੀਪ, ਮੇਰੀ ਆਵਾਜ਼ ਸੁਣ ਪਾ ਰਹੇ ਹੋ? ਹੈਲੋ ਮੈਮ, ਆਵਾਜ਼ ਆ ਰਹੀ ਹੈ? ਹਾਂਜੀ ਬੇਟੇ, ਆ ਰਹੀ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰੀ ਕਵਿਤਾ ਦਾ ਸ਼ੀਰਸ਼ਕ ਹੈ ਹਿੰਦ ਦੀ ਚਾਦਰ। ਤੇਗ ਬਹਾਦਰ ਹਿੰਦ ਦੀ ਚਾਦਰ ਸਾਰੀ ਦੁਨੀਆ ਕਹਿੰਦੀ, ਜੰਜੂ ਤਿਲਕ ਦਾ ਰਾਖਾ ਸਾਈਆਂ ਤੂੰ ਸਾਰੀ ਦੁਨੀਆ ਕਹਿੰਦੀ। ਹਾਂ, ਜੰਜੂ ਤਿਲਕ ਦਾ ਰਾਖਾ ਸਾਈਆਂ ਤੂੰ ਸਾਰੀ ਦੁਨੀਆ ਕਹਿੰਦੀ। ਗੁਰੂ ਹਰਿਗੋਬਿੰਦ ਜੀ ਦੇ ਪੁੱਤਰ ਤੇਗ ਬਹਾਦਰ ਪਿਆਰੇ, ਮਾਤਾ ਸਾਹਿਬ ਨਾਨਕੀ ਦੇ ਰੋਸ਼ਨ ਅੱਖੀਂ ਤਾਰੇ। ਹਾਂ, ਮਾਤਾ ਸਾਹਿਬ ਨਾਨਕੀ ਦੇ ਰੋਸ਼ਨ ਅੱਖੀਂ ਤਾਰੇ। ਜਦੋਂ ਕਰਤਾਰਪੁਰ ਦੇ ਵਿਖੇ ਅਨੇਕਾਂ ਵੈਰੀ ਪਾਰ ਲਗਾਏ, ਪਿਤਾ ਦੇ ਵਚਨਾਂ ਨੂੰ ਸਿੱਧ ਕਰਕੇ ਤੇਗ ਬਹਾਦਰ ਅਖਵਾਏ। ਹਾਂ, ਪਿਤਾ ਦੇ ਵਚਨਾਂ ਨੂੰ ਸਿੱਧ ਕਰਕੇ ਤੇਗ ਬਹਾਦਰ ਅਖਵਾਏ। ਨਾ ਲਾਲਚ ਨਾ ਮੋਹ ਮਾਇਆ ਸਭ ਰਸਾਂ ਨੂੰ ਦੂਰ ਭਜਾਇਆ, ਸਿਮਰਨ ਦੇ ਵਿੱਚ ਜੀਵਨ ਬੀਤਿਆ ਮਨ ਗੁਰ ਚਰਨਾਂ ਵਿੱਚ ਲਾਇਆ। ਸਿਮਰਨ ਦੇ ਵਿੱਚ ਜੀਵਨ ਬੀਤਿਆ ਮਨ ਗੁਰ ਚਰਨਾਂ ਵਿੱਚ ਲਾਇਆ। ਤੇਗ ਬਹਾਦਰ ਹਿੰਦ ਦੀ ਚਾਦਰ ਸਾਰੀ ਦੁਨੀਆ ਕਹਿੰਦੀ, ਜੰਜੂ ਤਿਲਕ ਦਾ ਰਾਖਾ ਸਾਈਆਂ ਤੂੰ ਸਾਰੀ ਦੁਨੀਆ ਕਹਿੰਦੀ। ਹਿੰਦੂ ਧਰਮ ਨੂੰ ਬੰਨੇ ਲਾਉਣ ਲਈ ਦਿੱਲੀ ਵਿੱਚ ਸ਼ੀਸ਼ ਕਟਾਇਆ, ਮੱਖਣ ਸ਼ਾਲੂ ਬਾਣੇ ਰਾਹੀਂ ਤੇਗ ਬਹਾਦਰ ਜਗ ਤੇ ਛਾਇਆ। ਮੱਖਣ ਸ਼ਾਲੂ ਬਾਣੇ ਰਾਹੀਂ ਤੇਗ ਬਹਾਦਰ ਜਗ ਤੇ ਛਾਇਆ। ਜੋ ਵੀ ਕਰਦਾ ਦਰਸ਼ਨ ਆਪ ਦੇ, ਅਮਨਿਓ ਧਨ ਧਨ ਕਰਦਾ ਜਾਏ। ਕੁਰਬਾਨ ਕਰਤਾ ਜੀਵਨ ਸਾਰਾ ਹਿੰਦ ਦੀ ਚਾਦਰ ਅਖਵਾਏ। ਹਾਂ, ਕੁਰਬਾਨ ਕਰਤਾ ਜੀਵਨ ਸਾਰਾ ਹਿੰਦ ਦੀ ਚਾਦਰ ਅਖਵਾਏ। ਤੇਗ ਬਹਾਦਰ ਹਿੰਦ ਦੀ ਚਾਦਰ ਸਾਰੀ ਦੁਨੀਆ ਕਹਿੰਦੀ, ਜੰਜੂ ਤਿਲਕ ਦਾ ਰਾਖਾ ਸਾਈਆਂ ਤੂੰ ਸਾਰੀ ਦੁਨੀਆ ਕਹਿੰਦੀ। ਹਾਂ, ਜੰਜੂ ਤਿਲਕ ਦਾ ਰਾਖਾ ਸਾਈਆਂ ਤੂੰ ਸਾਰੀ ਦੁਨੀਆ ਕਹਿੰਦੀ। ਧੰਨਵਾਦ। ਬਹੁਤ ਅੱਛੇ ਅਮਨਦੀਪ, ਬਹੁਤ ਅੱਛੇ। ਸੋ ਅਗਲਾ ਸੱਦਾ ਮੈਂ ਦਿਆਂਗੀ ਨਵਪ੍ਰੀਤ, ਜਿਹੜੀ ਕਿ MCM ਦੀ ਐਕਸ ਸਟੂਡੈਂਟ ਹੈ। ਨਵਪ੍ਰੀਤ ਕੌਰ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪਣੀ ਲਿਖਤ ਨੂੰ ਇੱਕ ਹੋਕੇ ਦੇ ਰੂਪ ਵਿੱਚ ਪੇਸ਼ ਕਰਨਾ ਚਾਹਾਂਗੀ। ਇਹ ਹੋਕਾ ਗੁਰੂ ਸਾਹਿਬ ਨੂੰ ਸਮਰਪਿਤ ਹੈ, ਜਿਸ ਦਾ ਸਿਰਲੇਖ ਹੈ ਹੋਕਾ ਤੇਗ ਦਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬੜੀ ਹੀ ਵਧਾਈ ਨਾਲ ਸਾਰੇ ਹੀ ਨਗਰ ਨਿਵਾਸੀਆਂ ਨੂੰ ਸੂਚਨਾ ਦਿੱਤੀ ਜਾਂਦੀ ਹੈ, ਮਾਤਾ ਨਾਨਕੀ ਦੀ ਕੁੱਖੋਂ ਇੱਕ ਪੁੱਤ ਜੰਮਿਆ, ਹਰਗੋਬਿੰਦ ਦਾ ਉਹ ਲਾਲ ਜਿਸ ਦਾ ਮੱਥਾ ਚੁੰਮਿਆ। ਜਿਸ ਮਾਨ ਸਭ ਤੋਂ ਛੋਟੇ ਸਪੁੱਤਰ ਵਾਲਾ ਮੱਲਿਆ,
ਤੇਗ ਤੇਗ ਵਾਂਗ ਲਿਸ਼ਕੇ ਜਿੱਥੇ ਕਿੱਥੇ ਚੱਲਿਆ। ਸ਼ਰਨ ਵਿੱਚ ਆਏ ਜਿਸ ਕੋਈ ਨਾ ਮੋੜਿਆ, ਮੁਗਲਾਂ ਦੇ ਹੰਕਾਰ ਦਾ ਨੀ ਪੱਥਰ ਤੋੜਿਆ। ਸਿਰ ਕਲਮ ਦੀ ਸ਼ਹੀਦੀ ਨੂੰ ਹੱਕ ਸੱਚ ਨਾਲ ਜੋੜਿਆ, ਪਲ ਛਿਨ ਵਿਚਾਰਿਆਂ ਨਾ ਜਾਨ ਆਪਣੀ ਦਾ ਖਿਆਲ, ਵਾਰਿਸ ਗੋਬਿੰਦ ਰਾਏ ਲਈ ਬਨ ਬੈਠਾ ਜੋ ਸਵਾਲ। ਸਿਦਕ ਨਾ ਡੁਲਾਇਆ ਜਿਸ ਮੁਗਲਾਂ ਹੱਥ ਲੱਗ ਕੇ, ਪਵਿੱਤਰ ਛਿੱਟੇ ਡੋਲ ਦਿੱਤੇ ਪਲੀਤ ਸੋਚ ਠੱਗ ਕੇ। ਸੀ ਵੀ ਨਾ ਕੀਤੀ ਸੀਸ ਧੜੋਂ ਵੱਖ ਕਰਕੇ, ਸੰਦੇਸ਼ਾ ਮਨੁੱਖਤਾ ਦਾ ਦਿੱਤਾ ਪੱਖ ਪੰਡਤਾਂ ਦਾ ਕਰਕੇ। ਜਲਾਲ ਦੇ ਵਾਰ ਨੇ ਤਾਂ ਬੇਰਹਿਮੀ ਸੀ ਕਮਾਈ, ਸੀਸ ਲੱਥਾ ਤੇਗਦਾ ਤੇ ਦਿੱਲੀ ਦਹਿਲਾਈ। ਮਾਤਾ ਨਾਨਕੀ ਦੀ ਕੁੱਖੋਂ ਸੀ ਇੱਕ ਪੁੱਤ ਜੰਮਿਆ, ਇੱਕ ਨੂਰ ਇਲਾਹੀ ਸਾਰੇ ਨਗਰ ਨੂੰ ਵਧਾਈ। ਜਿਸ ਹਿੰਮਤ ਵਿਖਾਈ ਜੋ ਅਸਾਂ ਭੇਤ ਸੀ ਬਣਾਈ, ਜਾਓ ਦੇਵੋ ਨੀ ਵਧਾਈ, ਜਾਓ ਦੇਵੋ ਨੀ ਵਧਾਈ। ਹਰ ਗੋਬਿੰਦ ਦੇ ਘਰ ਨੰਨਾ ਲਾਲ ਜੰਮਿਆ, ਸਾਰੇ ਨਗਰ ਨੂੰ ਵਧਾਈ, ਜਾਓ ਦੇਵੋ ਨੀ ਵਧਾਈ, ਜਾਓ ਦੇਵੋ ਨੀ ਵਧਾਈ। ਸ਼ੁਕਰੀਆ। ਬਹੁਤ ਅੱਛੇ ਨਵਪ੍ਰੀਤ। ਔਰ ਮੈਂ ਇੱਥੇ ਸਾਰੇ ਸਰੋਤਿਆਂ ਨੂੰ ਦੱਸਣਾ ਚਾਹਾਂਗੀ ਕਿ ਨਵਪ੍ਰੀਤ ਮੇਰਾ ਉਹ ਵਿਦਿਆਰਥੀ ਹੈ, ਮੇਰੀ ਉਹ ਵਿਦਿਆਰਥਣ ਹੈ ਕਿ ਜਿਹੜੀ ਅਸੀਂ ਵਿਦਿਆਰਥੀਆਂ ਲਈ ਪੁਸਤਕ ਐਡਿਟ ਕਰ ਰਹੇ ਹਾਂ ਕਾਲਜ ਵੱਲੋਂ, ਉਹਦੀ ਇਹ ਵਿਦਿਆਰਥੀ ਐਡੀਟਰ ਦੀ, ਵਿਦਿਆਰਥੀ ਸੰਪਾਦਕ ਦੀ ਭੂਮਿਕਾ ਨਿਭਾ ਰਹੀ ਹੈ। ਔਰ ਇਹ ਵੀ ਉਹਨਾਂ ਬੱਚਿਆਂ ਦੀ ਸ਼੍ਰੇਣੀ ਵਿੱਚ ਆਉਂਦੀ ਹੈ ਕਿ ਜਿਹੜੀ ਆਪਣੀ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦਿਆਂ ਹੋਇਆਂ ਵੀ ਕਾਲਜ ਦੇ ਹਰ ਕੰਮ ਲਈ ਔਰ ਖਾਸ ਕਰਕੇ ਪੋਇਟਰੀ ਲਈ ਇੰਨੀ ਵਚਨਬੱਧ ਹੈ ਕਿ ਜਿੱਥੇ ਕਵਿਤਾ ਦਾ ਨਾਮ ਹੁੰਦਾ ਹੈ ਉੱਥੇ ਨਵਪ੍ਰੀਤ ਦਾ ਨਾਮ ਆਪਣੇ ਆਪ ਜੁੜ ਜਾਂਦਾ ਹੈ। ਉਹ ਕਹਿੰਦੇ ਨੇ ਉਹ ਕਿਹੜਾ ਬੂਟਾ ਹੈ ਹਰ ਥਾਂ ਜੋ ਪਲਦਾ ਹੈ, ਆਰੇ ਦੇ ਦੰਦਿਆਂ ਤੇ ਰੰਬੀ ਦੀਆਂ ਧਾਰਾਂ ਤੇ ਖੈਬਰ ਦੇ ਦਰਿਆਂ ਵਿੱਚ, ਸਰਸਾ ਦੀਆਂ ਲਹਿਰਾਂ ਵਿੱਚ, ਸਤਲੁਜ ਦੇ ਕੰਢੇ ਤੇ, ਲੱਖੀ ਦੇ ਜੰਗਲਾਂ ਵਿੱਚ, ਰੋੜਾਂ ਵਿੱਚ, ਰੱਕੜਾਂ ਵਿੱਚ, ਬੰਜਰਾਂ ਵਿੱਚ, ਝਖੜਾਂ ਵਿੱਚ, ਗੜਿਆਂ ਵਿੱਚ, ਮੀਹਾਂ ਵਿੱਚ, ਸਰਹੰਦ ਦੀਆਂ ਨੀਹਾਂ ਵਿੱਚ, ਜਿੱਥੇ ਵੀ ਲਾ ਦਈਏ ਉੱਥੇ ਹੀ ਫਲਦਾ ਹੈ। ਜਿਤਨਾ ਇਹ ਛਾਂਗ ਦਈਏ ਉਤਨਾ ਹੀ ਇਹ ਫਲਦਾ ਹੈ। ਤੇ ਇਹ ਬੂਟਾ ਹੋਰ ਕੋਈ ਨਹੀਂ, ਇਹ ਬੂਟਾ ਸਿੱਖੀ ਦਾ ਹੈ, ਇਹ ਬੂਟਾ ਪੰਜਾਬੀਅਤ ਦਾ ਹੈ। ਸੋ ਅਗਲਾ ਤੇ ਆਖਰੀ ਸੱਦਾ ਮੈਂ ਦਿਆਂਗੀ ਬਖਸ਼ਾਨਪ੍ਰੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਹੜੇ ਕਿ ਸਾਡੇ ਅੱਜ ਦੇ ਇਸ ਵਿਦਿਆਰਥੀ ਕਵਿਤਾ ਉਤਸਵ ਦੇ ਸਭ ਤੋਂ ਸੀਨੀਅਰ ਵਿਦਿਆਰਥੀ ਨੇ। ਬਖਸ਼ਾਨਪ੍ਰੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਹੈਲੋ। ਹਾਂਜੀ ਰਾਜੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੇਸ਼ ਹੈ ਕਵਿਤਾ। ਬਾਬਾ ਬਕਾਲੇ ਕੌਣ ਸੀ ਅਸਲੀ, ਉੱਥੇ ਹਰ ਕੋਈ ਦਿਸੇ ਪੂਰ ਨਾਨਕ, ਪਰ ਵਿੱਚੋਂ ਇੱਕ ਜੋਤ ਸੀ ਰੱਬੀ, ਲੱਗਦੀ ਜਿਵੇਂ ਹਾਜ਼ਰ ਹਜ਼ੂਰ ਨਾਨਕ। ਤਿਆਗ ਮਲ ਬਲੀਦਾਨੀ ਮੂਰਤ, ਨਾਨਕ ਹਿਰਦੇ ਵਿੱਚ ਨਾ ਦੂਰ ਨਾਨਕ, ਮਕਸਦ ਅਟਲ ਧਰਮ ਬਚਾਉਣਾ, ਉਹ ਸੀ ਨੌਵਾ ਨੂਰ ਨਾਨਕ, ਉਹ ਸੀ ਨੌਵਾ ਨੂਰ ਨਾਨਕ। ਉਹ ਦਾਤਾ ਨੌਵਾ ਨਾਨਕ ਸੀ ਬਲੀਦਾਨੀ ਅੰਤਰ ਧਿਆਨੀ ਲੋਕੋ। ਤਿਆਗ ਮਲ ਸਵੈ ਤਿਆਗ ਦੀ ਮੂਰਤ, ਅਨੋਖੀ ਜ਼ਿੰਦਗਾਨੀ ਲੋਕੋ। ਮੰਨਦੇ ਨਹੀਂ ਜਨੇਊ ਬੁੱਤ ਪੂਜਾ, ਤਾਣਾ ਬਾਣਾ ਵੀ ਸੀ ਦੂਜਾ। ਮੰਨਦੇ ਨਹੀਂ ਜਨੇਊ ਬੁੱਤ ਪੂਜਾ, ਤਾਣਾ ਬਾਣਾ ਵੀ ਸੀ ਦੂਜਾ। ਫਿਰ ਵੀ ਹਿੰਦੀ ਚਾਦਰ ਬਣ ਕੇ ਦਿੱਤੀ ਕੁਰਬਾਨੀ ਲਾਸਾਨੀ ਲੋਕੋ। ਤਿਆਗ ਮਲ ਸਵੈ ਤਿਆਗ ਦੀ ਮੂਰਤ, ਲੱਗੇ ਹਾਜ਼ਰ ਹਜ਼ੂਰ ਨਾਨਕ, ਮਕਸਦ ਅਟਲ ਧਰਮ ਬਚਾਉਣਾ, ਉਹ ਸੀ ਨੌਵਾ ਨੂਰ ਨਾਨਕ, ਉਹ ਸੀ ਨੌਵਾ ਨੂਰ ਨਾਨਕ। ਬਹੁਤ ਅੱਛੇ ਬਖਸ਼ਾਨ, ਬਹੁਤ ਅੱਛੇ। ਜਿਸ ਲਹਿਜ਼ੇ ਨਾਲ ਔਰ ਜਿਸ ਅੰਦਾਜ਼ ਵਿੱਚ ਤੁਸੀਂ ਆਪਣੇ ਇਹਨਾਂ ਸ਼ਬਦਾਂ ਨੂੰ ਕਵਿਤਾ ਵਿੱਚ ਪਰੋਇਆ ਉਹ ਕਾਬਲੇ ਤਾਰੀਫ ਹੈ। ਔਰ ਕਹਿੰਦੇ ਨੇ ਕਿ ਸਾਡੇ ਵਿਹਾਰ ਤੇ ਜੀਵਨ ਵਿੱਚ ਉਹੀ ਕੁਝ ਬਦਲੇਗਾ ਜਿਸ ਨੂੰ ਬਦਲਣ ਦੀ ਅਸੀਂ ਆਪ ਜ਼ਿੰਮੇਵਾਰੀ ਚੁੱਕਾਂਗੇ, ਕਿਉਂਕਿ ਜਿਸ ਚੀਜ਼ ਵੱਲ ਮਨੁੱਖ ਧਿਆਨ ਦਿੰਦਾ ਹੈ ਉਹ ਵਿਕਾਸ ਕਰਨ ਲੱਗ ਜਾਂਦੀ ਹੈ। ਤੇ ਇਹਨਾਂ ਸ਼ਬਦਾਂ ਨਾਲ ਮੇਰਾ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਇਹੀ ਕਹਿਣਾ ਹੈ ਕਿ ਉਹ ਆਪਣੇ ਇਸ ਕਵਿਤਾ ਦੇ ਅਭਿਆਸ ਨੂੰ ਨਿਰੰਤਰ ਜਾਰੀ ਰੱਖਣ, ਆਪਣੇ ਭਾਵਾਂ ਨੂੰ ਸ਼ਬਦਾਂ ਵਿੱਚ ਪਿਰੋਂਦੇ ਰਹਿਣ, ਇਸ ਕਲਮ ਨੂੰ ਇਸੇ ਤਰ੍ਹਾਂ ਵਗਦੀ ਰਹਿਣ ਦਿਓ ਤਾਂ ਕਿ ਇੱਕ ਦਿਨ ਇਹ ਕਲਮ, ਇਹ ਸੋਚ, ਇਹ ਭਾਸ਼ਾ ਹੈ ਨਾ, ਇਹ ਵਿਰਸਾ, ਇਹ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਨਿਸ਼ਚੇ ਹੀ ਪਹੁੰਚਾ ਦੇਵੇ। ਸੋ ਪਾਤਰ ਸਾਹਿਬ ਨੂੰ ਮੈਂ ਗੁਜ਼ਾਰਿਸ਼ ਕਰਾਂਗੀ, ਸਰ ਇਹਦੇ ਨਾਲ ਸਾਡੇ ਜਿੰਨੇ ਵੀ ਪਾਰਟਿਸਿਪੈਂਟ ਸੀਗੇ ਉਹ ਸਾਰਿਆਂ ਨੇ ਆਪਣੀ ਆਪਣੀ ਕਵਿਤਾ ਸਾਡੇ ਸਾਹਮਣੇ ਰੱਖ ਦਿੱਤੀ ਹੈ। ਜੇ ਕੋਈ ਵਿਦਿਆਰਥੀ ਰਹਿ ਗਿਆ ਜਿਹਦਾ ਮੈਂ ਨਾਮ ਨਹੀਂ ਲਿਆ ਜਾਂ ਮੈਂ ਭੁੱਲ ਗਈ ਹਾਂ ਤੇ ਉਹ ਆਪਣੇ ਆਪ ਮੰਚ ਉੱਤੇ ਆ ਸਕਦਾ ਹੈ। ਮੇਰੇ ਖਿਆਲ 'ਚ ਅਜਿਹਾ ਕੋਈ ਰਿਹਾ ਨਹੀਂ, ਕਿਉਂਕਿ ਮੈਂ ਪਾਰਟਿਸਿਪੈਂਟਸ ਵਿੱਚ ਸਾਰਿਆਂ ਦੇ ਨਾਮ ਚੈੱਕ ਕਰ ਲਏ ਨੇ ਔਰ ਸਾਰਿਆਂ ਨੇ ਆਪਣੀ ਕਵਿਤਾ ਰੱਖ ਦਿੱਤੀ ਹੈ। ਸੋ ਹੁਣ ਮੈਂ ਪਾਤਰ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗੀ, ਜਿਹੜੇ ਕਿ ਜਿਨ੍ਹਾਂ ਬਾਰੇ ਮੈਂ ਅਕਸਰ ਕਹਿੰਦੀ ਹਾਂ ਕਿ ਉਹ ਦਰਿਆ ਵਾਂਗ ਖੁੱਲਾ ਹੈ,
ठीक है। पहाड़ वांग विशाल है, मैदान वांग सरल है, आसमान वांग ਉੱਚਾ है ਤੇ ਸਮੁੰਦਰ ਵਾਂਗ ਭਰਿਆ ਹੋਇਆ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਇਹ ਮੰਚ ਡਾਕਟਰ ਸੁਰਜੀਤ ਪਾਤਰ ਜੀ ਦੇ ਹਵਾਲੇ। ਡਾਕਟਰ ਅਮਰਦੀਪ ਔਰ ਇਹ ਤੁਹਾਡੇ ਜੋ ਤੁਹਾਡੀਆਂ ਧੀਆਂ ਕਹਿ ਲਓ, ਬੱਚੇ ਤੁਹਾਡੇ, ਇਹਨਾਂ ਨੇ ਇੰਨੀਆਂ ਖੂਬਸੂਰਤ ਕਵਿਤਾਵਾਂ ਪੜ੍ਹੀਆਂ। ਮੈਨੂੰ ਤਾਂ ਇਹਨਾਂ ਦੇ ਆਉਣ ਤੇ ਪਹਿਲਾਂ ਬਹੁਤ ਖੁਸ਼ੀ ਸੀ ਕਿ ਕਿੰਨੇ ਸ਼ਾਰਟ ਨੋਟਿਸ ਤੇ ਬੱਚੇ ਆਏ ਔਰ ਖਾਸ ਕਰਕੇ ਬੱਚੀਆਂ ਬੇਟੀਆਂ ਆਈਆਂ। ਹਾਂਜੀ ਸਰ। ਤੋਂ ਉਹੀ ਖੁਸ਼ੀ ਸਾਂਭਣੀ ਮੁਸ਼ਕਿਲ ਸੀ, ਪਰ ਹੁਣ ਜਦੋਂ ਇਹਨਾਂ ਇੰਨੀਆਂ ਸੋਹਣੀਆਂ ਕਵਿਤਾਵਾਂ ਪੜ੍ਹੀਆਂ, ਇਹਨੇ ਸੋਹਣਾ ਤਰਨਮ ਵੀ, ਗਾਇਨ ਵੀ, ਔਰ ਜਿਨ੍ਹਾਂ ਨੇ ਤਹਿਤ ਸੇ ਵੀ ਪੜ੍ਹੀ ਉਹਨਾਂ ਨੇ ਵੀ ਬਹੁਤ ਹੀ, ਉਹਨਾਂ ਦਾ ਇੱਕ ਅੰਦਾਜ਼ ਸੀ ਔਰ ਵਿਸ਼ਵਾਸ ਔਰ ਪਿਆਰ, ਕਿੰਨੇ ਪਿਆਰ ਨਾਲ ਪੜ੍ਹੀਆਂ। ਸੋ ਮੈਂ ਤਾਂ ਬਹੁਤ ਖੁਸ਼ ਹੋਇਆ ਕਿ ਅਸੀਂ, ਸਾਡਾ ਪੰਜਾਬ, ਸਾਡੀ ਦੁਨੀਆ ਕਿੰਨੀ ਸੋਹਣੀ ਹੋ ਰਹੀ ਆ ਆਉਣ ਵਾਲੇ ਦਿਨਾਂ ਵਿੱਚ, ਕਿ ਇਹ ਬੱਚੀਆਂ ਜਿਹੜੀਆਂ ਇਸ ਅਜੇ ਛੋਟੀਆਂ ਜਮਾਤਾਂ 'ਚ ਪੜ੍ਹਦੀਆਂ ਇੰਨੀ ਸੋਹਣੀ ਤਰ੍ਹਾਂ ਦੀਆਂ ਨਜ਼ਮਾਂ ਲਿਖਦੀਆਂ ਵੀ ਆ, ਸੁਣਾਉਂਦੀਆਂ ਵੀ ਆ, ਤਾਂ ਇਹਨਾਂ ਕੋਲ ਸਾਨੂੰ ਬਹੁਤ ਆਸਾਂ ਨੇ, ਬਹੁਤ ਹੋਣਹਾਰ ਬੱਚੀਆਂ ਨੇ। ਤੇ ਮੈਂ ਸਮਝੋ ਕਿ ਮੈਂ ਜਦੋਂ ਪਹਿਲੇ ਦਿਨ ਇੱਕ ਦਿਨ ਜਿਹੜੇ ਵੱਡੇ ਕਵੀਆਂ ਦਾ ਸੁਣਿਆ ਸੀ ਕਵੀ ਦਰਬਾਰ, ਮੈਨੂੰ ਉਹ ਤੋਂ ਵੀ ਜ਼ਿਆਦਾ, ਯਾਨੀ ਇੱਥੇ ਮੈਨੂੰ ਜ਼ਿਆਦਾ ਆਨੰਦ ਆਇਆ ਤੇ ਜ਼ਿਆਦਾ ਸਰੂਰ ਮਿਲਿਆ। ਸੋ ਮੈਂ ਇਹਨਾਂ ਬੱਚਿਆਂ ਨੂੰ, ਪੁੱਤਰਾਂ ਨੂੰ, ਧੀਆਂ ਨੂੰ ਬਹੁਤ ਬਹੁਤ ਪਿਆਰ ਦਿੰਦਾ। ਔਰ ਅਸੀਂ ਏਦਾਂ ਵੀ ਕਰਾਂਗੇ ਕਿ ਕਿਸੇ ਦਿਨ ਆਰਟਸ ਕੌਂਸਲ ਦੇ ਆਂਗਣ 'ਚ ਵੀ ਇਹਨਾਂ ਨੂੰ ਬੁਲਾ ਕੇ ਉੱਥੇ ਬਕਾਇਦਾ ਆਪਾਂ ਇਸ ਉਤਸਵ ਦੀ ਇੱਕ ਉਹ ਰੂਪ ਵੀ ਆਫਲਾਈਨ ਵੀ ਕਰਾਂਗੇ, ਜਿਹੜਾ ਇਹਦਾ ਆਯੋਜਨ ਕਰਾਂਗੇ। ਉੱਥੇ ਇਹਨਾਂ ਨੂੰ ਅਸੀਂ ਪੁਸਤਕਾਂ ਸਨਮਾਨ ਵੀ ਜ਼ਰੂਰ ਦਿਆਂਗੇ। ਔਰ ਅਮਰਦੀਪ, ਤੁਹਾਡਾ ਵੀ ਬਹੁਤ 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 ਧੰਨਵਾਦ। ਤੁਸੀਂ ਜਿੰਨੇ ਪਿਆਰ ਨਾਲ ਬੱਚਿਆਂ ਨੂੰ ਮੰਚ ਤੇ ਲੈ ਕੇ ਆਉਂਦੇ ਸੀ, ਜਿਹੜੇ ਉਹਨਾਂ ਦੇ ਬੋਲਣ ਤੋਂ ਬਾਅਦ ਬੋਲਦੇ ਸੀ, ਉਹ ਵੀ ਸਾਰਾ ਕੁਝ ਬਹੁਤ ਇਹਨਾਂ ਬੱਚਿਆਂ ਦੀ ਸਰਪ੍ਰਸਤੀ ਕਰਨ ਵਾਲਾ ਸੀ, ਇਹਨਾਂ ਨੂੰ ਪਿਆਰ, ਹੌਸਲਾ ਦੇਣ ਵਾਲਾ ਸੀ। ਸੋ ਮੇਰੇ ਕੋਲ ਸ਼ਬਦ ਨਹੀਂ ਕਿ ਤੁਹਾਡਾ ਵੀ ਮੈਂ ਕਿਸ ਤਰ੍ਹਾਂ ਧੰਨਵਾਦ ਕਰਾਂ। ਤੁਸੀਂ ਜਿਹੜਾ ਸਾਰਾ ਕੋਆਰਡੀਨੇਟ ਕੀਤਾ, ਇੰਨੇ ਥੋੜੇ ਸਮੇਂ 'ਚ ਇਹ ਸਾਰਾ ਆਯੋਜਨ ਕੀਤਾ, ਤੇ ਮੈਂ ਇਸ ਲਈ ਨਿੰਦਰ ਭਿਆਨਵੀ ਦਾ ਵੀ, ਨਿਰਮਲ ਜੋੜੇ ਦਾ ਵੀ ਧੰਨਵਾਦੀ ਹਾਂ, ਔਰ ਮੈਡਮ ਪ੍ਰਿੰਸੀਪਲ ਡਾਕਟਰ ਨਿਸ਼ਾ ਭਾਰਗਵ ਦਾ ਵੀ, ਜਿਨ੍ਹਾਂ ਨੇ ਇਹਦੇ ਵਿੱਚ ਪੂਰਾ ਆਪਣਾ ਯੋਗਦਾਨ ਪਾਇਆ। ਔਰ ਤੁਹਾਡਾ ਜੋ ਮੰਚ ਹੈ, ਸੋਚ ਕਲਮ ਤੇ ਸੋਚ ਤੇ ਕਲਮ ਸਰ, ਸੋਚ ਤੇ ਕਲਮ, ਉਹਦਾ ਵੀ ਇਹਦੇ ਵਿੱਚ ਹਿੱਸਾ ਹੈ ਨਾ, ਬੱਚਿਆਂ ਨੂੰ ਬੱਚਿਆਂ ਨੂੰ ਇਸ ਪਾਸੇ ਲਾਉਣ ਲਈ। ਸੋ ਮੈਂ ਇਹਨਾਂ ਬੱਚਿਆਂ ਨੂੰ ਇਹੀ ਕਹਿਣਾ ਕਿ ਕਦੀ ਵੀ ਤੁਸੀਂ ਜ਼ਿੰਦਗੀ 'ਚ ਕਵਿਤਾ ਤੋਂ, ਕਲਾ ਤੋਂ ਵਿਛੜਿਓ ਨਾ, ਇਸ ਨਾਲ ਜੁੜੇ ਰਹੋ। ਕਵਿਤਾ ਤੇ ਕਲਾ ਵਿੱਚ ਜੋ ਸਿਰਜਣਾ, ਜਿਸ ਤਰ੍ਹਾਂ ਦਾ ਜਿਵੇਂ ਸਾਨੂੰ ਇਹ ਜੋੜਦੀ ਆ ਸ਼ਬਦਾਂ ਨਾਲ, ਆਪਣੇ ਆਪ ਨਾਲ, ਦੁਨੀਆ ਨਾਲ, ਤੇ ਇਹ ਆਪਣੇ ਆਪ 'ਚ ਬਹੁਤ ਵਰਦਾਨ ਆ। ਜਿਹੜਾ ਸ਼ਖਸ, ਜਿਹੜਾ ਬੱਚਾ ਸਾਹਿਤ ਨਾਲ, ਕਲਾ ਨਾਲ, ਚਿੱਤਰਕਾਰੀ ਨਾਲ, ਸੰਗੀਤ ਨਾਲ ਜੁੜ ਸਕਦਾ। ਤੁਸੀਂ ਕੋਈ ਵੀ ਮਜ਼ਮੂਨ ਪੜ੍ਹੋ, ਸਾਇੰਸ ਪੜ੍ਹੋ, ਹੀਅਰਿੰਗ ਪੜ੍ਹੋ, ਪਰ ਇਹ ਤਾਂ ਜੋ ਕਲਾ ਆ, ਉਹ ਤਾਂ ਸਾਡੇ ਦਿਲ ਵਾਂਗ ਹੀ ਆ, ਕਿ ਜਿਵੇਂ ਦਿਲ ਹਰੇਕ ਦਾ ਹੁੰਦਾ। ਸੋ ਏਦਾਂ ਹੀ ਹੈ ਕਿ ਕਲਾ ਦਾ ਤਾਲੁਕ ਪੂਰੀ ਜ਼ਿੰਦਗੀ ਨਾਲ, ਕਿ ਕਲਾ ਦੀ ਕੋਈ ਵਿਸ਼ੇਸ਼ਕਤਾ ਨਹੀਂ ਕਿ ਕਲਾ ਸਿਰਫ ਆਰਟ ਵਾਲਿਆਂ ਦੀ, ਜਾਂ ਜਿਹੜੇ ਪੰਜਾਬੀ ਦੀ ਐਮਏ ਕਰਦੇ ਉਹਨਾਂ ਦੀ ਪੰਜਾਬੀ ਕਵਿਤਾ, ਕਿ ਇਹ ਤਾਂ ਇੱਕ ਸਰਬ ਸਾਂਝੀ, ਚੰਦ ਸੂਰਜ ਵਾਂਗ ਸਾਂਝੀ ਚੀਜ਼ ਹੈ ਜਿਹੜੀ ਸਾਰਿਆਂ ਦੀ ਹੈ। ਸੋ ਇਹ ਬੱਚੇ ਵੀ, ਮੈਨੂੰ ਉਮੀਦ ਆ ਕਿ ਪੂਰੀ ਤਰ੍ਹਾਂ ਕਲਾ ਨਾਲ, ਸਾਹਿਤ ਨਾਲ ਜੁੜੇ ਰਹਿਣਗੇ। ਸੋ ਇਹਨਾਂ ਸ਼ਬਦਾਂ ਨਾਲ ਮੈਂ ਬਹੁਤ ਧੰਨਵਾਦ ਕਰਦਾ। ਬਸ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਇਹਦੇ ਵਿੱਚ, ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਆਸ਼ੀਰਵਾਦ, ਬਹੁਤ 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 ਸ਼ੁਕਰੀਆ ਡਾਕਟਰ ਸੁਰਜੀਤ ਪਾਤਰ ਜੀ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਕੋਆਰਡੀਨੇਸ਼ਨ ਦੀ ਜ਼ਿੰਮੇਵਾਰੀ ਮੇਰੇ ਹਿੱਸੇ ਲਾਈ ਸੀ, ਔਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਸ ਨੂੰ ਤਨਦੇਹੀ ਨਾਲ ਨਿਭਾ ਸਕਾਂ।
ਔਰ ਅਖੀਰ ਵਿੱਚ ਮੈਂ ਸਾਰੇ ਵੱਖ-ਵੱਖ ਕਾਲਜਾਂ ਤੋਂ ਜਿਹੜੇ ਟੀਚਰ ਸਹਿਬਾਨ ਨੇ ਇਸ ਲਈ ਸਹਿਯੋਗ ਕੀਤਾ ਉਹਨਾਂ ਦਾ ਧੰਨਵਾਦ ਕਰਦੀ ਹਾਂ, ਜਿਹੜੇ ਕਿ ਨਵਾਂ ਸ਼ਹਿਰ, ਬਰਨਾਲਾ, ਪਟਿਆਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਝਾੜ ਸਾਹਿਬ, ਦੋਰਾਹਾ, ਲੁਧਿਆਣਾ ਔਰ ਮੇਰਾ ਆਪਣਾ ਸ਼ਹਿਰ, ਮੇਰਾ ਆਪਣਾ ਕਾਲਜ। ਸੋ ਇਹਨਾਂ ਸਾਰਿਆਂ ਦਾ, ਸਾਰੇ ਵਿਦਿਆਰਥੀਆਂ ਦਾ, ਇਹਨਾਂ ਨਾਲ ਜੁੜੇ ਅਧਿਆਪਕਾਂ ਦਾ, ਪੰਜਾਬ ਆਰਟ ਕੌਂਸਲ ਵੱਲੋਂ, ਡਾਕਟਰ ਸੁਰਜੀਤ ਪਾਤਰ ਜੀ ਵੱਲੋਂ ਬਹੁਤ ਬਹੁਤ ਧੰਨਵਾਦ। ਔਰ ਸਰ ਦੀ ਅਗਵਾਈ ਵਿੱਚ ਹੀ ਅਸੀਂ ਇਹੋ ਜਿਹੇ ਕਾਰਜ ਹੋਰ ਕਰਦੇ ਰਹੀਏ। ਇਹਨਾਂ ਸ਼ੁਭ ਇੱਛਾਵਾਂ ਨਾਲ ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।